ਬਾਇਓਟ ਸੈਵਰਟਸ ਲਾਅ ਦੇ ਵਿੱਚ ਨਾ ਪਹਿਲਾਂ ਮੈਂ ਫਾਰਮੂਲੇ ਲਿਖਦਾ ਇੱਕ ਵਾਰੀ ਜਿਹੜੇ ਆਪਾਂ ਉਸ ਦਿਨ ਕੀਤੇ ਸੀਗੇ, ਕਿਉਂਕਿ ਫਾਰਮੂਲੇ ਤੇ ਬੇਸਡ ਡਿਸਕਸ਼ਨ ਹੋਣੀ ਹੈ ਸਾਰੀ। ਤਾਂ ਬਾਇਓਟ ਸੈਵਰਟਸ ਲਾਅ ਦੇ ਵਿੱਚ ਫਸਟ ਫਾਰਮੂਲਾ ਸੀਗਾ ਮੈਗਨੈਟਿਕ ਫੀਲਡ due to a loop। ठीक है, जे लूप होवे ਤਾਂ ਇਹਦੇ ਲਈ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਜਨਰਲ ਫਾਰਮੂਲਾ ਰੱਖਣਾਗਾ B is equal to mu naught upon 4 pi I upon R into theta। ਜਿਹੜਾ ਥੀਟਾ ਗਾ ਉਹ ਸਾਡੇ ਕੋਲ ਡਿਸਾਈਡ ਕਰਕੇ ਦੱਸੂਗਾ ਕਿ ਐਂਗਲ ਜਿਹੜਾ ਗਾ ਜੇ ਰੇਡੀਅਨ ਦੇ ਵਿੱਚ ਲਿਖਣਾ ਹੋਊਗਾ ਤਾਂ ਕਿੰਨਾ ਗਾ। ਫਿਰ ਆਪਾਂ ਦੋ ਵੈਲਿਊਜ਼ ਨੂੰ ਯਾਦ ਰੱਖਾਂਗੇ। ਜੇ ਤਾਂ ਮੈਗਨੈਟਿਕ ਫੀਲਡ ਹੈਗੀ ਆ इनवर्ड कह लो चाहे और डाउनवर्ड, ठीक है, तो ओदी वैल्यू ਨੂੰ ਆਪਾਂ ਨੈਗੇਟਿਵ ਲਵਾਂਗੇ। सो मैगनैटिक फील्ड ਦੀ वैल्यू ਚਾਹੇ ਇਨਵਰਡ ਹੋਵੇ ਚਾਹੇ ਡਾਊਨਵਰਡ ਹੋਵੇ ਆਪਾਂ ਉਹਨੂੰ ਨੈਗੇਟਿਵ ਲਵਾਂਗੇ ਤੇ ਅਸੀਂ ਉਹਨੂੰ ਕ੍ਰਾਸ ਦੇ ਨਾਲ ਰਿਪਰੈਜ਼ੈਂਟ ਕਰਦੇ ਹੁੰਨੇ ਆ ਜੇ ਸਿੰਬਲ ਲਿਖਣਾ ਹੋਵੇ। मैगनैटिक फील्ड जे अपने कोल आउटवर्ड होवे, ठीक है, ਤਾਂ ਉਸ ਕੇਸ ਦੇ ਵਿੱਚ ਆਪਾਂ ਉਹਨੂੰ ਪੋਜ਼ਿਟਿਵ ਲਿਖਦੇ ਹੁੰਨੇ ਆ ਤੇ ਉਹਦੇ ਲਈ ਡਾਟ ਲਗਾਉਣੇ ਆਪਾਂ, ਠੀਕ ਹੈ। ਤਾਂ ਪੋਜ਼ਿਟਿਵ ਜਿਹੜਾ ਗਾ ਮੈਗਨੈਟਿਕ ਫੀਲਡ ਉਹਨੂੰ ਆਪਾਂ ਯੂਜ਼ ਕਰਾਂਗੇ। ਤਾਂ ਪੋਜ਼ਿਟਿਵ ਦੇ ਲਈ ਕਦੋਂ ਯੂਜ਼ ਕਰਾਂਗੇ? ਜਦੋਂ ਆਊਟਵਰਡ ਹੋਊਗੀ। ਤਾਂ ਇਹ ਜ਼ਰੂਰੀ ਵੈਲਿਊਜ਼ ਨੇ, ਕਿਉਂਕਿ ਜਦੋਂ ਆਪਾਂ ਹੁਣ ਇੱਕ ਗੱਲ ਹੋਰ ਮੈਂ ਇੱਥੇ ਮੈਂਸ਼ਨ ਕਰਦਾ, ਉਹ ਕੀ ਆ, ਜੇ ਉੱਥੇ ਤੁਸੀਂ ਲਿਖਤਾ ਵੀ ਮੈਗਨੈਟਿਕ ਫੀਲਡ ਇਨਵਰਡ ਆ ਤਾਂ ਉਹਦੇ ਨਾਲ ਨੈਗੇਟਿਵ ਸਾਈਨ ਨਹੀਂ ਆਊਗਾ। ਇੱਕ ਚੀਜ਼ ਹੀ ਯੂਜ਼ ਕਰਨੀ ਆ, ਜਾਂ ਤਾਂ ਤੁਸੀਂ ਕਹੋ ਵੀ ਇਨਵਰਡ ਆ, ਠੀਕ ਹੈ, ਜਾਂ ਤੁਸੀਂ ਉਹਦੇ ਲਈ ਮਾਈਨਸ ਸਾਈਨ ਯੂਜ਼ ਕਰ ਲਓ। ਇਨਵਰਡ ਕਹਿਤਾ ਲਿਖਤਾ ਨਾਲ, ਯਾਨੀ ਕਿ ਇਨਵਰਡ ਲਿਖਤਾ ਜਦੋਂ ਆਨਸਰ ਦੇ ਵਿੱਚ, ਫਿਰ ਤੁਸੀਂ ਮਾਈਨਸ ਨਹੀਂ ਪਾਉਣਾ। ਜੇ ਤੁਸੀਂ ਇਨਵਰਡ ਨਹੀਂ ਲਿਖਿਆ ਤੇ ਮਾਈਨਸ ਪਾਤਾ ਤਾਂ ਇਹ ਅੰਡਰਸਟੂਡ ਆ ਕਿ ਉਹ ਇਨਵਰਡ ਆ। ਤਾਂ ਟੀਚਰ ਨੂੰ ਇਸ ਤਰ੍ਹਾਂ ਤੁਸੀਂ ਕਨਫਿਊਜ਼ ਨਹੀਂ ਕਰਨਾ ਵੀ ਤੁਸੀਂ ਇਨਵਰਡ ਵੀ ਲਿਖ ਦੋ ਤੇ ਨੈਗੇਟਿਵ ਵੀ ਲਿਖ ਦੋ, ਠੀਕ ਹੈ। ਇਸੇ ਤਰ੍ਹਾਂ ਜੇ ਆਊਟਵਰਡ ਆ ਤਾਂ ਉਹਦੀ ਵੈਲਿਊ ਪੋਜ਼ਿਟਿਵ ਆ ਤਾਂ ਇਹ ਅੰਡਰਸਟੂਡ ਆ, ਜੇ ਵੈਲਿਊ ਪੋਜ਼ਿਟਿਵ ਲਿਖੀ ਆ ਤਾਂ ਉਹ ਆਊਟਵਰਡ ਆ, ਬਿਕੋਜ਼ ਆਲ ਦ ਟੀਚਰਸ ਦੇ ਨੋ ਅਬਾਊਟ ਦਿਸ, ਹੈ ਨਾ। ਤਾਂ ਇਸ ਕਰਕੇ ਇਹ ਚੀਜ਼ਾਂ ਆਪਾਂ ਯੂਜ਼ ਕਰਾਂਗੇ ਜਦੋਂ ਹੁਣ, ਤਾਂ ਉਹਦੇ 'ਚ ਸਿੰਬਲ ਆਪਾਂ ਨੇ ਨਾਲ ਵੈਲਿਊਜ਼ ਜਿਹੜੀਆਂ ਨੇ ਉਹ ਤੁਸੀਂ ਸਮਝ ਲੈਣੀਆਂ ਨੇ, ਠੀਕ ਹੈ। ਹੁਣ ਮੈਂ ਇੱਕ ਡਾਇਗਰਾਮ ਬਣਾਉਣਾ ਇੱਥੇ, ਸ਼ਾਇਦ ਤੁਸੀਂ ਇਸ ਤਰ੍ਹਾਂ ਦੀ ਡਾਇਗਰਾਮ ਜਿਹੜੀ ਆ ਉਹ ਦੇਖੀ ਹੋਊਗੀ। ਇਹ ਸੈਂਟਰ ਪੁਆਇੰਟ ਆ, करंट आई फ्लो कर रहा लूप दे विचों, ठीक है। सारे आंसर मैं इस फार्मूले तो ही दूंगा तुहानू। ते ओ कहंदा भी जिहड़ा इनर रेडियस आ वाला वो हैगा R1 ते जिहड़ा आउटर रेडियस आ वाला वो हैगा गा R2। तो इस तरह R1 एंड R2 साडे कोल दो रेडियस ने, इनर रेडियस R1 ते आउटर रेडियस R2, ठीक है। सब तो पहला तुसीं ये देखना गा भी ये जे देखा जाए सेंटर दे नाल जे आपां मिलाइए तो मेरे कोल काउंट करके देखांगे आपां भी किन्ने सैगमेंट दे विचों करंट फ्लो कर रहा गा, हाउ मैनी सैगमेंट्स आर देयर, ठीक है, जिन्हां चों करंट फ्लो कर रहा। पहला मैं सिर्फ ये देखना, तो मैं सपोज करो इत्थों शुरू करा P Q, फिर आ R होगी R S ते फिर S तो P। तो जे हुण तुसीं ध्यान नाल देखो करंट जिहड़ा गा P तो Q भी जा रहा गा, क्योंकि एक सैगमेंट आ, स्ट्रेट लाइन आ। Q तो R आर्क होगी, वी नो के सेमी सर्कल आ। R तो S अगेन स्ट्रेट कंडक्टर आ। S तो P अगेन आर्क आ, सेमी सर्कल आ। सो वी हैव 4 सैगमेंट्स, ठीक है। ये जिहड़े 4 सैगमेंट ने हुण आपां इन्हां बारे डिस्कशन करनी आ। थैंक यू बेटे सुखू, थैंक यू बेटे। तो जिहड़े ये सैगमेंट ने आपां हुण इन्हां बारे डिस्कशन ही करनी आ
कि ਜਿਹੜੇ P ਤੇ Q R ਤੇ S ਜਿਹੜੇ ਦੋ ਇਹ ਸੈਗਮੈਂਟ ਨੇ they are not the part of the arc, right? ਪਰ ਕਰੰਟ ਕਿਤੇ ਵੀ ਫਲੋ ਕਰ ਰਿਹਾ ਹੈਗਾ that always produce magnetic field, ਇਹ 'ਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ, ਠੀਕ ਹੈ? ਕਿਸੇ ਵੀ ਤਰ੍ਹਾਂ ਨਾਲ ਕੋਈ ਡਾਊਟ ਨਹੀਂ ਹੋਣਾ ਚਾਹੀਦਾ, ਕਰੰਟ ਹਮੇਸ਼ਾ ਮੈਗਨੈਟਿਕ ਫੀਲਡ ਪ੍ਰੋਡਿਊਸ ਕਰੂਗਾ। ਬਟ ਦ ਕੁਐਸਚਨ ਇਜ਼ ਕਿ ਕੀ ਉਹ ਮੈਗਨੈਟਿਕ ਫੀਲਡ ਜਿਹੜੀ ਆ is that possible ਕਿ ਉਹ ਜਿਹੜੇ ਪੁਆਇੰਟ ਤੇ ਤੁਸੀਂ ਫਾਈਂਡ ਆਊਟ ਕਰ ਰਹੇ ਹੋ ਉਹਦੇ ਲਈ ਐਪਲੀਕੇਬਲ ਹੈ ਜਾਂ ਨਹੀਂ? ਠੀਕ ਠਾਕ ਜੀ ਸਿੱਧੂ ਸਾਹਿਬ? ਹਾਂਜੀ। ਉਹ ਅੱਛਾ ਨਵੇਂ ਕੀ ਬਾਤ ਹੈ, ਨਵੇਂ ਰੂਪ ਚ ਆਏ ਹੋ ਅੱਜ ਤਾਂ ਹੈ? ਅੱਛਾ ਅੱਛਾ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਤੁਹਾਨੂੰ ਸਰ ਫੋਟੋ ਹੈਂਡ ਕਰਾਂਗੇ ਸਰ, ਖਿੱਚੀਆਂ ਸੀ ਕਲਾਸ ਦੇ ਬਾਅਦ। ਅੱਛਾ ਹਾਂ ਠੀਕ ਹੈ ਬੇਟੇ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਤੇ ਮੈਂ ਕਰਾ ਰਿਹਾ ਸੀਗਾ ਕੁਐਸਚਨ, ਠੀਕ ਹੈ? ਦੇਖਿਓ ਹੁਣ ਤੁਸੀਂ ਨਾਲ ਧਿਆਨ ਨਾਲ। ਤਾਂ ਮੈਂ ਦੱਸ ਰਿਹਾ ਸੀ P ਤੋਂ Q ਜਿਹੜਾ ਪੁਆਇੰਟ ਆ, ਹੁਣ ਦੇਖੋ ਧਿਆਨ ਨਾਲ, ਇਹ ਕਰੰਟ ਕਿੱਧਰ ਨੂੰ ਜਾ ਰਿਹਾ? P ਤੋਂ Q ਇਹ ਕਰੰਟ ਜਾ ਰਿਹਾ ਹੈਗਾ ਜਿਹੜੇ ਪੁਆਇੰਟ ਤੇ ਤੁਸੀਂ ਮੈਗਨੈਟਿਕ ਫੀਲਡ ਕਰਨੀ ਆ। ਤਾਂ ਦੇਖੋ P ਤੋਂ Q ਵਾਲਾ ਕਰੰਟ ਜਿਹੜਾ ਉਹ ਸੈਂਟਰ ਨੂੰ ਜਾ ਰਿਹਾ ਹੈਗਾ, ਰਾਈਟ, ਟੂਵਰਡਸ ਦਾ ਸੈਂਟਰ। ਤਾਂ ਜਦੋਂ ਇਹ ਟੂਵਰਡਸ ਦਾ ਸੈਂਟਰ ਜਾ ਰਿਹਾ ਹੈਗਾ, ਇੱਥੇ ਗੱਲ ਜਿਹੜੀ ਇੰਪੋਰਟੈਂਟ ਆ, ਤਾਂ ਜਿਹੜਾ ਐਂਗਲ ਆਪਾਂ ਦੇਖਾਂਗੇ ਆ ਸੈਂਟਰ ਆ ਇੱਥੇ, ਹੈ ਨਾ? ਤਾਂ ਆ ਕਰੰਟ ਉਹਦੇ ਟੂਵਰਡ ਜਾ ਰਿਹਾ, ਸੋ ਦੈਟ ਮੀਨਸ ਐਂਗਲ ਜਿਹੜਾ ਹੈਗਾ ਉਹ ਕਰੰਟ ਦੇ ਯਾਨੀ ਕਿ ਨਾਲ ਜਿਹੜਾ ਸੈਂਟਰ ਦਾ ਪੁਆਇੰਟ ਆ। ਤਾਂ ਦੇਖੋ ਜੇ ਆਪਾਂ ਇਸ ਕਰੰਟ ਨੂੰ ਐਕਸਟੈਂਡ ਕਰ ਦਾਂਗੇ ਅੱਗੇ ਤਾਂ ਪੁਆਇੰਟ ਉਸੇ ਲਾਈਨ ਤੇ ਆ ਜਾਣਾ। ਤਾਂ ਉਸੇ ਲਾਈਨ ਤੇ ਹੋਣ ਦਾ ਮਤਲਬ ਕੀ ਆ ਵੀ ਇਹਨੇ ਐਂਗਲ ਨਹੀਂ ਬਣਾਇਆ। ਮੈਂ ਦੁਬਾਰਾ ਰਿਪੀਟ ਕਰਦਾ, P ਤੋਂ Q ਜਿਹੜਾ ਕਰੰਟ ਜਾ ਰਿਹਾ ਉਹਦੀ ਅਪਰੋਚ ਸੈਂਟਰ ਦੀ ਲਾਈਨ ਨੂੰ ਆ, ਓਕੇ? ਤਾਂ ਜਿਹੜੀ ਲਾਈਨ ਆ, ਇੰਦਰਦੇਵ ਆ ਗਿਆ ਜੀ, ਆ ਗਿਆ ਇੰਦਰਦੇਵ, ਓਕੇ ਤੇਰੇ ਨਾਲ ਆ ਗਿਆ ਹੈ ਇਧਰੋਂ, ਠੀਕ ਹੈ ਗੁੱਡ। ਇੰਦਰਦੇਵ ਆ ਦੇਖੋ ਬੇਟੇ, ਕੁਐਸਚਨ ਤੇਰਾ ਡਿਸਕਨੈਕਟ ਹੋ ਜਾਂਦਾ ਸੀ ਨਾ, ਮੈਂ ਦੁਬਾਰਾ ਤਾਂ ਹੀ ਰਿਪੀਟ ਕਰ ਰਿਹਾ ਫਿਰ, ਕਿਉਂਕਿ ਇਹ ਕੁਐਸਚਨ ਕਰਨ ਦੇ ਨਾਲ ਬਾਕੀ ਦੇ ਕੁਐਸਚਨ ਸਾਰੇ ਇਸੇ ਤਰ੍ਹਾਂ ਦੇ ਹੋ ਜਾਣਗੇ ਤੁਹਾਡੇ। ਮੈਂ ਰਿਪੀਟ ਕਰਦਾ ਦੁਬਾਰਾ, P ਤੋਂ Q ਪਹਿਲਾਂ ਇਹਦੇ ਲਈ ਮੈਗਨੈਟਿਕ ਫੀਲਡ ਫਾਈਂਡ ਆਊਟ ਕਰਨ ਲੱਗੇ ਆਪਾਂ। ਇਹ ਮੈਗਨੈਟਿਕ ਫੀਲਡ ਸੈਂਟਰ ਨੂੰ ਜਾ ਰਹੀ ਆ, ਤਾਂ ਕਰੰਟ ਸੈਂਟਰ ਨੂੰ ਜਾ ਰਿਹਾ ਹੈਗਾ। ਤਾਂ ਜਦੋਂ ਕਰੰਟ ਸੈਂਟਰ ਨੂੰ ਜਾ ਰਿਹਾ ਹੈਗਾ ਤਾਂ ਇਹਦਾ ਮਤਲਬ ਸੈਂਟਰ ਇਸੇ ਕਰੰਟ ਦੀ ਲਾਈਨ ਤੇ ਆ। ਤਾਂ ਜੇ ਉਸੇ ਲਾਈਨ ਤੇ ਆ ਤਾਂ ਐਂਗਲ ਥੀਟਾ 0 ਬਣੂਗਾ, ਕਿਉਂ? ਬਿਕੋਜ਼ ਐਨੀ ਪੁਆਇੰਟ ਔਨ ਦਾ ਲਾਈਨ ਉਹ ਐਂਗਲ ਨਹੀਂ ਬਣਾਊਗਾ। ਹਾਂ, ਜੇ ਪੁਆਇੰਟ ਉਸ ਲਾਈਨ ਤੋਂ ਅਵੇ ਹੋ ਗਿਆ, ਡਿਫਰੈਂਟ ਡਾਇਰੈਕਸ਼ਨ 'ਚ ਚਲਾ ਗਿਆ, ਤਾਂ ਉਹ ਆਰਕ ਬਣੂਗਾ। ਤਾਂ ਇਸ ਕਰਕੇ P ਤੋਂ Q ਤੱਕ ਜਿਹੜੀ ਲਾਈਨ ਆ ਇਹ ਜੋ ਕਰੰਟ ਜ਼ਰੂਰ ਫਲੋ ਕਰ ਰਿਹਾ ਹੈਗਾ, ਬਟ ਜਿਹੜੇ ਪੁਆਇੰਟ ਤੇ ਤੁਸੀਂ ਮੈਗਨੈਟਿਕ ਫੀਲਡ ਫਾਈਂਡ ਆਊਟ ਕਰਨੀ ਆ ਉਸ ਪੁਆਇੰਟ ਦੇ ਲਈ ਇਹਦੀ ਵੈਲਿਊ ਜਿਹੜੀ ਆ ਐਂਗਲ ਦੀ ਉਹ 0 ਆ। ਤਾਂ ਜੇ ਮੈਂ ਹੁਣ ਆਵਾਂ ਇਸ ਫਾਰਮੂਲੇ ਤੇ, ਦੇਖੋ ਇੱਧਰ, ਤਾਂ ਜੇ ਥੀਟਾ 0 ਹੋ ਗਿਆ ਇਹਦਾ ਮਤਲਬ ਮੈਗਨੈਟਿਕ ਫੀਲਡ ਦੀ ਸਾਰੀ ਵੈਲਿਊ 0 ਹੋ ਜੂ। ਤਾਂ ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜਾ ਆ P ਤੋਂ Q ਦੀ ਮੈਗਨੈਟਿਕ ਫੀਲਡ ਆ, ਮੈਂ ਇੱਥੇ ਲਿਖ ਰਿਹਾ ਹੁਣ, ਮੈਗਨੈਟਿਕ ਫੀਲਡ ਡਿਊ ਟੂ PQ ਉਹ 0 ਹੋ ਗਈ। ਇਹ ਸਿਰਫ ਆਪਾਂ ਪਹਿਲੇ ਕੁਐਸਚਨ ਲਈ ਹੀ ਕਰ ਰਹੇ ਆ, ਅਦਰਵਾਈਜ਼ ਨੈਕਸਟ ਟਾਈਮ ਜਦੋਂ ਤੁਸੀਂ ਕਰੋਗੇ ਦੈਨ ਤੁਹਾਨੂੰ ਇਹ ਕਰਨ ਦੀ ਲੋੜ ਨਹੀਂ ਪੈਣੀ, ਠੀਕ ਹੈ? ਇਸ ਕਰਕੇ ਮੈਂ ਇੱਕ ਵਾਰ ਹੀ ਕਰਵਾ ਰਿਹਾ ਹੈਗਾ ਤਾਂ ਕਿ ਤੁਹਾਨੂੰ ਕੱਲੇ ਸੈਗਮੈਂਟ ਦੇ ਬਾਰੇ ਪਤਾ ਲੱਗ ਜੇ, ਓਕੇ? ਹੁਣ ਜੇ ਇਸੇ ਤਰ੍ਹਾਂ ਦੇਖਿਆ ਜਾਵੇ R ਤੋਂ S ਉਹ ਵੀ ਸੈਂਟਰ ਦੇ ਨਾਲ ਹੀ ਆ, ਦੇਖੋ ਸੈਂਟਰ ਵਾਲੀ ਲਾਈਨ ਤੇ ਹੀ ਆ। ਇਹਦਾ ਮਤਲਬ RS ਦੀ ਮੈਗਨੈਟਿਕ ਫੀਲਡ ਵੀ 0 ਹੋਗੀ। ਤਾਂ ਦੋ ਸੈਗਮੈਂਟ ਦੀ ਮੈਗਨੈਟਿਕ ਫੀਲਡ ਤਾਂ ਹੋਗੀ 0। ਸੋ ਰਹਿ ਗਈਆਂ ਸਾਡੇ ਕੋਲ ਦੋ ਸੈਗਮੈਂਟ 4 ਦੇ ਵਿੱਚੋਂ। ਤਾਂ ਉਹ ਦੋ ਸੈਗਮੈਂਟ ਕਿਹੜੇ ਨੇ? Q ਤੋਂ R ਇੱਕ ਆਰਕ ਆ, ਇਹ S ਤੋਂ P ਇਹ ਸੈਕੰਡ ਆਰਕ ਆ। ਤਾਂ ਜਿਹੜੀ ਹੁਣ Q ਤੋਂ R ਦੀ ਆਰਕ ਆ, ਰਾਈਟ, ਵੀ ਨੋ ਕਿ ਸੈਮੀ ਸਰਕਲ ਆ। ਹੁਣ ਆਪਾਂ ਨੇ ਮੈਗਨੈਟਿਕ ਫੀਲਡ ਦੀ ਵੈਲਿਊ ਤਾਂ ਚਲੋ ਅਸੀਂ ਕੈਲਕੂਲੇਟ ਕਰ ਲਾਂਗੇ ਇਹ ਫਾਰਮੂਲੇ 'ਚ ਪੁੱਟ ਕਰਕੇ, ਕਿਉਂਕਿ ਥੀਟਾ ਦੀ ਵੈਲਿਊ ਸਿਰਫ ਪਾਈ ਪੁੱਟ ਕਰਨ ਦੀ ਲੋੜ ਆ। ਰੀਜ਼ਨ, ਕਿਉਂਕਿ ਜਦੋਂ ਸੈਮੀ ਸਰਕਲ ਆ, ਮੈਂ ਤੁਹਾਨੂੰ ਕਿਹਾਗਾ ਰੇਡੀਅਸ ਇੱਥੇ R ਦੀ ਥਾਂ ਤੇ R1 ਆ ਜਾਊਗਾ, ਬਿਕੋਜ਼ ਵੀ ਨੋ ਕਿ ਰੇਡੀਅਸ ਅਸੀਂ R1 ਮੰਨਿਆਗਾ ਛੋਟੀ ਆਰਕ ਲਈ, ਤੇ ਥੀਟਾ ਦੀ ਵੈਲਿਊ ਪਾਈ ਆ ਜਾਊਗੀ। ਬਟ ਦਾ ਕੁਐਸਚਨ ਇਜ਼ ਕਿ ਉਹ ਵੈਲਿਊ ਪੋਜ਼ਿਟਿਵ ਆ ਜਾਂ ਨੈਗੇਟਿਵ ਆ, ਦੈਟ ਇਜ਼ ਅਨਦਰ ਪਾਰਟ, ਕਿਉਂਕਿ ਆਪਾਂ ਦੋ ਚੀਜ਼ਾਂ ਇਕੱਠੀਆਂ ਦੱਸਣੀਆਂ ਨੇ। ਇਸ ਕਰਕੇ ਜਦੋਂ ਹੁਣ ਮੈਂ ਦੇਖੂੰਗਾ ਵੀ Q ਤੋਂ R ਵਾਲੀ ਆਰਕ ਆ, ਜੀ ਧਿਆਨ ਨਾਲ ਦੇਖੋ, ਉਹ ਆਰਕ ਇੱਧਰ ਨੂੰ ਆ, ਰਾਈਟ? ਤਾਂ ਇਟ ਮੀਨਸ ਉਹ ਜਦੋਂ ਇੱਧਰ ਨੂੰ ਆ ਤਾਂ ਆਪਾਂ, ਮੈਂ ਤੁਹਾਨੂੰ ਪਹਿਲੇ ਦਿਨ ਦੱਸਿਆ ਸੀਗਾ ਉਦੋਂ ਵੀ ਆਪਾਂ ਆਪਣੀਆਂ ਫਿੰਗਰਸ ਨੂੰ, ਜੇ ਕਰੰਟ ਲੂਪ ਦੇ ਵਿੱਚ ਆ ਤਾਂ ਫਿੰਗਰਸ ਨੂੰ ਕਰਲ ਕਰਨਾ ਇਨ ਦਾ ਡਾਇਰੈਕਸ਼ਨ ਆਫ ਦਾ ਲੂਪ, ਤੇ ਥੰਬ ਉਹਦੀ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦਊਗਾ। ਸੋ ਕਰੰਟ ਦੇਖੋ ਕਿੱਧਰ ਨੂੰ ਆ, ਤਾਂ ਕਰੰਟ ਤੁਹਾਡੇ ਸਾਹਮਣੇ ਆ ਵੀ ਕਰੰਟ ਹੈਗਾਗਾ ਇਸ ਸਾਈਡ ਨੂੰ, ਤਾਂ ਇੱਧਰ ਨੂੰ ਜਦੋਂ ਕਰੰਟ ਆ
ਤਾਂ ਮੈਂ ਆਪਣੀਆਂ ਫਿੰਗਰਸ ਨੂੰ ਵੀ ਉਧਰ ਨੂੰ ਹੀ ਕਰਲ ਕਰੂੰਗਾ। ਹੁਣ ਜਿਵੇਂ ਤੁਹਾਡੇ ਕੋਲ ਫੋਨ ਤੇ ਸਕਰੀਨ ਤੇ ਦੇਖ ਰਹੇ ਹੋਵੋਗੇ ਤੁਸੀਂ, ਤਾਂ ਤੁਹਾਡੇ ਕੋਲ ਕਰੰਟ ਜਿੱਧਰ ਨੂੰ ਵੀ ਆ ਰਿਹਾ ਹੈਗਾ, ਆਪਣੀਆਂ ਫਿੰਗਰਸ ਨੂੰ ਕਰਲ ਕਰੋ ਤੇ ਦੇਖੋ ਥੰਮ ਤੁਹਾਡੇ ਟੂਵਰਡਸ ਆਉਂਦਾ ਕਿ ਨਹੀਂ ਆਉਂਦਾ। ਚੈੱਕ ਕਰੋ ਕਿ ਥੰਮ ਤੁਹਾਡੇ ਟੂਵਰਡਸ ਆਉਂਦਾ ਜਾਂ ਨਹੀਂ। चेक करके देखो स्क्रीन दे उपर फोन ते आर्क दिख रही होनी आ, ये आर्क दे अलोंग देखो करंट किधर नूं आ ते अपनियां फिंगर्स राइट हैंड दियां उधर नूं घुमा दो ते थंब देखना तुसीं कि वो थोड़े टूवर्ड्स आ रहा जां नहीं। दस्सिया नहीं किसी ने। ओके नवनीत एक का आंसर आ गया। सिद्धू साहब, सुखदीप पुत्र, बाकी देवी देवते ओके ठीक है बेटे गुड। हाँ थंब थोड़े टूवर्ड्स होना चाहिए। इंद्रदेव हाँ रिकॉर्डिंग हो रही है। मैनू थंब ते मैं खड़ांगा थंब ਲਈ भी तुसी हाँ ठीक है ओके। थंब देखो थंब जेड़ा ਉਹ ਤੁਹਾਡੇ ਟੂਵਰਡਸ ਆ ਰਿਹਾ ਰਾਈਟ। ਇਹਦਾ ਮਤਲਬ ਤੁਸੀਂ ਇਹ ਦੇਖੋ ਵੀ ਸਕਰੀਨ ਜਿਹੜੀ ਆ ਉਹ ਤੁਹਾਡੇ ਲਈ ਪੇਪਰ ਆ, ਪੀਸ ਆਫ ਪੇਪਰ ਜਿਹੜਾ ਤੁਹਾਡਾ ਉੱਥੇ ਪੇਪਰ ਆਊਗਾ ਤੇ ਤੁਸੀਂ ਉਹਦੇ ਲਈ ਜਦੋਂ ਫਿੰਗਰ ਨੂੰ ਕਰਲ ਕੀਤਾ ਤਾਂ ਥੰਬ ਬਾਹਰ ਨੂੰ ਆਇਆ। ਇਹਦਾ ਮਤਲਬ ਮੈਗਨੈਟਿਕ ਫੀਲਡ ਕੀ ਆ ਆਊਟਵਰਡ। ਸੋ ਜਿਹੜੀ ਮੈਗਨੈਟਿਕ ਫੀਲਡ ਆ ਮੈਂ ਉਹਦੇ ਲਈ ਇਹ ਕੁਐਸਚਨ ਕਰ ਰਿਹਾ ਸੀ ਵੀ ਜਿਹੜੀ Q ਤੋਂ R ਤੱਕ ਦੀ ਮੈਗਨੈਟਿਕ ਫੀਲਡ ਆ, ਹੁਣ ਆਪਾਂ ਉਹਦੀ ਵੈਲਿਊ ਲੱਭ ਲਈਏ ਕਿੰਨੀ ਆ। ਤਾਂ ਮੈਗਨੈਟਿਕ ਫੀਲਡ ਦੀ ਵੈਲਿਊ ਕਿੰਨੀ ਹੋਊਗੀ, ਪਹਿਲਾਂ ਉਹਦੇ ਤੇ ਵੈਕਟਰ ਪਾਵਾਂਗੇ। ਰੀਜ਼ਨ ਕਿਉਂਕਿ ਅਸੀਂ ਮੈਗਨੀਟਿਊਡ ਵੀ ਦੱਸ ਰਹੇ ਹਾਂ, ਉਹਦਾ ਡਾਇਰੈਕਸ਼ਨ ਵੀ ਦੱਸ ਰਹੇ ਹਾਂ। ਤਾਂ ਮੈਗਨੈਟਿਕ ਫੀਲਡ ਦਾ ਫਾਰਮੂਲਾ ਇਹ ਪਿਆ μ0/4 ਪਾਈ I/R1 ਕਿਉਂਕਿ ਇਨਰ ਰੇਡੀਅਸ R1 ਆ ਛੋਟੀ ਆਰਕ ਲਈ ਇਨਟੂ ਪਾਈ, ਐਂਗਲ ਹੋ ਗਿਆ ਪਾਈ ਬਿਕੋਜ਼ ਸੈਮੀ ਸਰਕਲ ਆ, ਆਊਟਵਰਡ ਆ ਇਸ ਕਰਕੇ ਪੋਜ਼ਿਟਿਵ। ਠੀਕ ਹੈ। ਹੁਣ ਜੇ ਤੁਸੀਂ ਪਲੱਸ ਨਹੀਂ ਲਿਖੋਗੇ ਇੱਥੇ ਅੱਗੇ ਤਾਂ ਇੱਥੇ ਨਾਲ ਆਊਟਵਰਡ ਲਿਖ ਦਿਓ। ਤਾਂ ਆਊਟਵਰਡ ਲਿਖਣ ਦੇ ਨਾਲ ਇਹ ਕਨਫਰਮ ਹੋ ਜਾਊਗਾ ਕਿ ਜਿਹੜੀ ਮੈਗਨੈਟਿਕ ਫੀਲਡ ਆ ਉਹ ਪੋਜ਼ਿਟਿਵ ਆ। ਤਾਂ ਇੱਕ ਤਾਂ ਆਨਸਰ ਇਹ ਆ ਗਿਆ। ਠੀਕ ਹੈ। ਹੁਣ ਆਪਾਂ ਕੈਲਕੂਲੇਟ ਕਰਦੇ ਆ S ਤੋਂ P ਵਾਲੀ ਆਰਕ ਲਈ। ਹੁਣ ਤੁਹਾਡੇ ਸਾਹਮਣੇ ਆ, ਤੁਸੀਂ ਫੋਨ ਦੀ ਸਕਰੀਨ ਤੇ ਜਾ ਕੇ ਫਿਰ ਦੇਖਣਾ ਤੇ ਦੇਖੋ ਇਹ ਆਰਕ ਕਿੱਧਰ ਨੂੰ ਘੁੰਮ ਰਹੀ ਆ ਤੇ ਆਪਣੇ ਰਾਈਟ ਹੈਂਡ ਦੀਆਂ ਫਿੰਗਰਸ ਨੂੰ ਤੁਸੀਂ ਉਧਰ ਨੂੰ ਹੀ ਘੁਮਾ ਦੇਣਾ ਤੇ ਦੇਖ ਕੇ ਦੱਸਣਾਗਾ ਵੀ ਥੰਬ ਦੀ ਡਾਇਰੈਕਸ਼ਨ ਕੀ ਕਿੱਧਰ ਨੂੰ ਆ ਰਹੀ ਆ, ਕੀ ਉਹ ਫੋਨ ਦੇ ਟੂਵਰਡਸ ਆ ਰਹੀ ਆ ਜਾਂ ਸਟਿਲ ਤੁਹਾਡੇ ਟੂਵਰਡਸ ਆ। ਚੈੱਕ ਕਰੋ। ਜੇ ਫੋਨ ਦੇ ਟੂਵਰਡਸ ਹੋਈ ਤਾਂ ਤੁਸੀਂ ਇਨ ਲਿਖ ਦਿਓ ਮੈਨੂੰ, ਜੇ ਤੁਹਾਡੇ ਟੂਵਰਡਸ ਹੋਈ ਤਾਂ ਆਊਟ ਲਿਖ ਦਿਓ, ਤਾਂ ਮੈਨੂੰ ਪਤਾ ਲੱਗ ਜਾਊਗਾ ਵੀ ਤੁਸੀਂ ਕੀ ਸੋਚਿਆ। ਆਰਕ ਦੇ ਵਿੱਚ S ਤੋਂ P, ਮੈਂ ਇੱਥੇ ਡਾਇਗਰਾਮ ਜੇ ਤੁਹਾਨੂੰ ਨਹੀਂ ਕਲੀਅਰ ਹੋ ਰਹੀ ਤਾਂ ਮੈਂ ਡਾਇਗਰਾਮ ਇੱਥੇ ਦੁਬਾਰਾ ਬਣਾ ਦਿੰਨਾ। S ਇੱਧਰ ਆ, P ਇੱਧਰ ਆ ਤੇ ਆਰਕ ਇੱਧਰ ਨੂੰ ਆ। ਇਹਨੂੰ ਦੇਖ ਕੇ ਸੋਚ ਲਓ। ਓਕੇ ਸੁਖੂ ਥੈਂਕ ਯੂ ਬੇਟੇ। Okay, Nabu, good. Good, thank you, bete. इंटरनेट की प्रॉब्लम तो वाली आई पी ना, थोड़ी ज़्यादा होया पिया प्रॉब्लम, बड़ी बनी पी आ। हाँ जी सर, अज मैं जियो वाले नु फोन लाया सी, उन्होंने कहते
ਤੁਸੀਂ ਨਾ ਵੈਸੇ ਹੁਣ ਮੇਰਾ ਖਿਆਲ ਜੇ ਇਨ ਫਿਊਚਰ ਤੁਹਾਡੇ, ਕਿਉਂਕਿ ਆਪਣੇ ਕੋਵਿਡ ਦੇ ਕੇਸ ਘੱਟ ਚੱਲੇ ਅੱਗੇ ਨਾਲੋਂ, ਤਾਂ ਹੁਣ ਮੇਰਾ ਖਿਆਲ ਇੰਡੀਆ 'ਚ ਫਰਕ ਪੈ ਗਿਆ। ਜੇ ਇਸ ਤਰ੍ਹਾਂ ਦਾ ਹੁੰਦਾ ਨਾ, ਤੁਸੀਂ ਇੱਕ ਬਣਾ ਲਓ ਕਿ ਜਗ੍ਹਾ ਸਪੌਟ, ਜਿਵੇਂ ਮੈਂ ਪਲਾਨ ਕੀਤਾ ਸੀ ਪਹਿਲਾਂ ਤਾਂ ਵੀ ਤੁਸੀਂ ਹੁਣ ਉੱਥੇ ਬਰਨਾਲੇ ਤੁਹਾਨੂੰ ਆਉਣਾ ਔਖਾ ਗਾ ਸਾਰਿਆਂ ਨੂੰ, ਨਹੀਂ ਤਾਂ ਮੈਂ ਉੱਥੇ ਨਾ ਰੂਮ ਦੇ ਵਿੱਚ ਵੀ ਮੈਂ ਇੱਕ ਸਕਰੀਨ ਲਵਾ ਦਿੰਦਾ ਜਿਵੇਂ ਟੀਵੀ ਤੇ ਉੱਪਰ, ਤੇ ਉੱਥੇ ਇੰਟਰਨੈਟ ਹੈਗਾ ਵਾਈਫਾਈ ਦਾ, ਇੱਕ ਕਨੈਕਸ਼ਨ ਹੋਵੇ ਸਾਰਿਆਂ ਨੂੰ ਮਿਲਿਆ ਹੋਇਆ, ਤਾਂ ਉਹ ਈਜ਼ੀ ਰਹਿੰਦਾ ਗਾ। ਤਾਂ ਐਂ ਪਰ ਹੁਣ ਆਇਆ ਵੀ ਤੁਸੀਂ ਘਰੇ ਬੈਠੇ ਹੋ, ਉਹ ਵੀ ਜ਼ਿਆਦਾ ਇੱਕ ਸਕੂਨ ਆ, ਹੈ ਨਾ, ਵੀ ਸਾਰੇ ਜਾਣੇ ਜਦੋਂ ਮਰਜ਼ੀ ਜੀ ਕੀਤਾ ਕਲਾਸ ਅਟੈਂਡ ਕਰ ਲਈ, ਜਿਵੇਂ ਮਰਜ਼ੀ ਬੈਠੇ ਹੋ ਉਵੇਂ ਅਟੈਂਡ ਕਰ ਲਈ। ਚਲੋ ਐਨੀਵੇਜ਼, ਤਾਂ ਇਹ ਕੁਐਸਚਨ ਆ, ਤਾਂ ਇਹਦੇ ਵਿੱਚ ਤੁਸੀਂ ਦੇਖਿਆ ਆਨਸਰ ਦਿੱਤਾ ਜਿਨ੍ਹਾਂ ਬੱਚਿਆਂ ਨੇ S ਤੋਂ P ਆ, ਤਾਂ S ਤੋਂ P ਹੋਣ ਕਰਕੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਜਿਹੜੀ ਆ ਉਹ ਇਨਵਰਡ ਆਉਂਦੀ ਆ, ਕਿਉਂਕਿ ਅਸੀਂ ਕਰਲ ਕਰਾਂਗੇ ਫਿੰਗਰ ਨੂੰ ਜਿੱਦਾਂ ਕਲੌਕ ਆ, ਤਾਂ ਕਲੌਕ ਵਾਂਗੂ ਕਰਲ ਕੀਤਾ ਹੋਊਗਾ ਜਦੋਂ, ਤਾਂ ਸਕਰੀਨ ਦੇ ਟੂਵਰਡਸ ਯਾਨੀ ਕਿ ਫੋਨ ਦੇ ਟੂਵਰਡਸ ਕਹਿ ਲਓ ਤੁਹਾਡਾ ਆਨਸਰ ਆਇਆ ਹੋਣਾ। ਤਾਂ ਇਹਦੀ ਮੈਗਨੈਟਿਕ ਫੀਲਡ ਦੀ ਵੈਲਿਊ ਕਿੰਨੀ ਹੋਊਗੀ ਹੁਣ ਅਗੇਨ, ਤਾਂ ਇਹ ਵੈਲਿਊ ਆਊਗੀ B due to SP is equal to mu naught। ਮੈਂ ਇੱਕ ਮਿੰਟ ਤੁਸੀਂ ਸਕਰੀਨਸ਼ਾਟ ਲਿਓ, ਮੈਂ ਫਿਰ ਆਨਸਰ ਸਾਰਾ ਦੁਬਾਰਾ ਲਿਖਦਾ। ਓਕੇ, ਤਾਂ ਜਿਹੜੀ ਪਹਿਲੀ ਆਨਸਰ ਸੀਗਾ ਪਹਿਲੀ ਮੈਗਨੈਟਿਕ ਫੀਲਡ ਦਾ Q ਤੋਂ R ਦਾ, PQR, ਹਾਂ QR ਦਾ, that was mu naught upon 4 pi I upon R1 into pi, ਠੀਕ ਹੈ, ਇਹ ਆਊਟਵਰਡ ਸੀਗਾ। ਤੇ ਦੂਜਾ ਫਿਰ S ਦਾ, S ਤੋਂ P ਦਾ, ਠੀਕ ਹੈ। ਇਹ ਹੁਣ ਦੇਖੋ ਇਨਵਰਡ ਆ, ਤਾਂ ਇਨਵਰਡ ਲਈ ਮੈਂ ਇੱਥੇ ਪਹਿਲਾਂ ਲਿਖੂੰਗਾ mu naught upon 4 pi I upon R2 into pi, ਇੱਥੇ ਕ੍ਰਾਸ ਲਿਖ ਦੂੰਗਾ ਜਾਂ ਤਾਂ ਇਹ ਲਿਖ ਦੋ। ਪਰ ਜਦੋਂ ਹੁਣ ਆਨਸਰ ਲਿਖਣਾਗਾ ਆਪਾਂ, ਕਿਉਂਕਿ ਆਨਸਰ ਆਪਾਂ ਜਦੋਂ ਲਿਖਾਂਗੇ ਕੰਬਾਈਨ ਕਰਕੇ, ਤਾਂ ਦੇਖੋ ਦੋ ਵੈਲਿਊਜ਼ ਆਈਆਂ ਸਾਡੇ ਕੋਲ, ਦੋ ਵੈਲਿਊ 0 ਹੋ ਗਈਆਂ, ਤਾਂ ਜਿਹੜੀ ਨੈਟ ਮੈਗਨੈਟਿਕ ਫੀਲਡ ਬਣਦੀ ਆ ਸੈਂਟਰ ਤੇ ਕਿੰਨੀ ਬਣੂਗੀ, ਤਾਂ ਆਪਾਂ ਦੋਨਾਂ ਨੂੰ ਤੁਸੀਂ ਆਪ ਸੋਚੋ ਧਿਆਨ ਨਾਲ ਵੀ ਕਿਵੇਂ ਲਿਖਣਾਗਾ। ਤਾਂ ਇੱਕ ਵੈਲਿਊ ਪਲੱਸ ਆ, ਇੱਕ ਵੈਲਿਊ ਮਾਈਨਸ ਆ, ਤਾਂ ਇੱਕ ਵੈਲਿਊ ਪਲੱਸ ਲਿਖਾਂਗੇ, ਇੱਕ ਵੈਲਿਊ ਮਾਈਨਸ ਲਿਖਾਂਗੇ, ਤਾਂ ਉਹਦੇ ਵਿੱਚੋਂ ਦੇਖੋ mu naught upon 4 pi ਇਹ ਕਾਮਨ ਹੋ ਜਾਊਗਾ, ਰਾਈਟ। ਫਿਰ I ਇਹ ਵੀ ਕਾਮਨ ਹੋ ਗਿਆ, ਇਨਟੂ ਪਾਈ ਇਹ ਵੀ ਕਾਮਨ ਹੋ ਗਿਆ, ਠੀਕ ਹੈ। ਕੌਣ ਰਹਿ ਗਿਆ ਆਪਣੇ ਕੋਲ ਬ੍ਰੈਕਟ ਦੇ ਅੰਦਰ 1/R1, ਇਹ ਪਲੱਸ ਦਾ ਸੀਗਾ, ਅਕ੍ਰੋਸ ਦਾ ਮਤਲਬ ਆ ਨੈਗੇਟਿਵ, ਤਾਂ -1/R2, ਠੀਕ ਹੈ। ਸੋ ਦੈਟ ਇਜ਼ ਦਾ ਆਨਸਰ। ਤਾਂ ਹੁਣ ਇਹਦੇ ਲਈ ਆਨਸਰ ਦੇ ਵਿੱਚ ਆਪਾਂ ਇਹ ਵੀ ਲਿਖਣਾ ਨਾਲ ਹੁਣ, ਰਾਈਟ, ਵੀ ਇਹ ਆਊਟਵਰਡ ਆ ਜਾਂ ਇਨਵਰਡ ਆ। ਤਾਂ ਤੁਸੀਂ ਇਹ ਦੇਖੋ ਹੁਣ ਕਿਹੜੀ ਵੈਲਿਊ ਵੱਡੀ ਹੋਊਗੀ, R1 ਤੇ R2 ਡਿਸਾਈਡ ਕਰਨਗੇ। ਕਿਉਂ? ਕਿਉਂਕਿ I ਤੇ ਪਾਈ, I ਐਂਡ ਪਾਈ ਇਹ ਤਾਂ ਦੋਨਾਂ ਲਈ ਸੇਮ ਆ, mu naught upon 4 pi mu naught upon 4 pi ਇਹ ਵੀ ਦੋਨਾਂ ਲਈ ਸੇਮ ਆ। R1 ਐਂਡ R2 ਡਿਸਾਈਡ ਕਰਨਗੇ, ਤੇ ਇਹ ਵੀ ਦੇਖੋ ਨਾਲ R1 ਮੈਗਨੈਟਿਕ ਫੀਲਡ ਦੇ ਇਨਵਰਸਲੀ ਪ੍ਰੋਪੋਰਸ਼ਨਲ ਆ, ਤੇ R2 ਮੈਗਨੈਟਿਕ ਫੀਲਡ ਦੇ ਵੀ ਇਨਵਰਸਲੀ ਪ੍ਰੋਪੋਰਸ਼ਨਲ ਆ, ਯਾਨੀ ਕਿ ਡਿਸਟੈਂਸ R ਜਿਹੜਾ ਗਾ ਉਹ ਮੈਗਨੈਟਿਕ ਫੀਲਡ ਦੇ ਇਨਵਰਸਲੀ ਪ੍ਰੋਪੋਰਸ਼ਨਲ ਚੱਲ ਰਿਹਾ ਗਾ। ਤਾਂ ਜਦੋਂ ਇਨਵਰਸਲੀ ਪ੍ਰੋਪੋਰਸ਼ਨਲ ਆ ਤਾਂ ਤੁਹਾਡੇ ਸਾਹਮਣੇ ਆ ਕਿਹੜੀ ਵੈਲਿਊ ਕਿੰਨੀ ਵੱਡੀ ਹੋਊਗੀ। ਤਾਂ ਜਿਹਦਾ ਡਿਸਟੈਂਸ ਜ਼ਿਆਦਾ ਆ ਉਹਦੀ ਮੈਗਨੈਟਿਕ ਫੀਲਡ ਘੱਟ ਹੋਊ, ਜਿਹਦਾ ਡਿਸਟੈਂਸ ਘੱਟ ਆ ਉਹਦੀ ਮੈਗਨੈਟਿਕ ਫੀਲਡ ਜ਼ਿਆਦਾ ਹੋਊ। ਤਾਂ R1 ਐਂਡ R2 ਦੇ ਵਿੱਚੋਂ ਆਪਾਂ ਨੂੰ ਪਤਾ R2 ਗ੍ਰੇਟਰ ਸੀ R1 ਨਾਲੋਂ, ਕਿਉਂਕਿ R2 ਵੱਡੀ ਆਰਕ ਲਈ ਰੇਡੀਅਸ ਸੀਗਾ ਡਾਇਗਰਾਮ ਦੇ ਵਿੱਚ। ਤਾਂ ਤੁਸੀਂ ਆਪ ਦੇਖੋ R2 ਦੀ ਵੈਲਿਊ ਜੇ R1 ਨਾਲੋਂ ਜ਼ਿਆਦਾ ਆ ਤਾਂ ਇਹਦੀ ਮੈਗਨੈਟਿਕ ਫੀਲਡ ਨੂੰ ਮੈਂ V2 ਲਿਖ ਲੈਣਾ, ਇਹਦੀ ਮੈਗਨੈਟਿਕ ਫੀਲਡ ਨੂੰ ਮੈਂ V1 ਲਿਖ ਲੈਣਾ। ਤਾਂ ਤੁਹਾਡੇ ਸਾਹਮਣੇ ਆ B1 ਵੱਡਾ ਹੋਊਗਾ V2 ਨਾਲੋਂ, ਕਿਉਂਕਿ ਇਨਵਰਸ ਆ। ਤਾਂ B1 ਵੱਡਾ ਹੋਊ V2 ਨਾਲੋਂ। ਹੁਣ B1 ਕੌਣ ਆ? ਪਹਿਲੀ ਵੈਲਿਊ, ਇਹ ਪੋਜ਼ਿਟਿਵ ਆ, ਰਾਈਟ। B2 ਇਹ ਨੈਗੇਟਿਵ ਆ। ਤਾਂ ਕਿਹੜੀ ਵੈਲਿਊ ਵੱਡੀ ਹੋਗੀ? ਪੋਜ਼ਿਟਿਵ ਵੈਲਿਊ ਵੱਡੀ ਹੋਗੀ ਨਾ। ਪੋਜ਼ਿਟਿਵ ਵੈਲਿਊ ਦਾ ਮਤਲਬ ਕੀ ਆ? ਆਊਟਵਰਡ। ਤਾਂ ਆਪਾਂ ਲਿਖਾਂਗੇ ਇੱਥੇ ਆਨਸਰ 'ਚ ਆਊਟਵਰਡ, ਤਾਂ ਜਾ ਕੇ ਆਨਸਰ ਤੁਹਾਡਾ ਕੰਪਲੀਟ ਹੋਊਗਾ। ਕਿਉਂਕਿ ਕੱਲਾ ਵੈਲਿਊ ਪੁੱਟ ਕਰਕੇ ਉੱਥੇ ਛੱਡਣ ਨਾਲ ਜੇ ਡਾਇਰੈਕਸ਼ਨ ਮਿਸ ਕਰਤੀ, ਐਂਡ ਤੇ ਲਿਖਣਾ ਰਹਿ ਗਿਆ, ਤਾਂ ਇਹਦਾ ਤੁਹਾਡਾ 1 ਨੰਬਰ ਕੱਟਿਆ ਜਾਊਗਾ। ਠੀਕ ਹੈ,
3 ਮਾਰਕਸ ਦਾ ਕੁਐਸਚਨ ਆਊਗਾ ਇਹ, ਤਾਂ 1 ਨੰਬਰ ਤੁਹਾਡਾ ਸਿਰਫ ਇਸੇ ਨਾਂ ਲਿਖਣ ਦਾ ਕੱਟਿਆ ਜਾਊਗਾ। ਸੋ ਇਸ ਕਰਕੇ ਇਸ ਬਾਰੇ ਮੈਂ ਦੁਬਾਰਾ ਰਿਪੀਟ ਕਰਦਾ, ਪਹਿਲਾਂ ਆਪਾਂ ਦੋਨੋਂ ਵੈਲਿਊ ਕੱਢ ਲੀਆਂ, ਫਿਰ ਦੋਨੋਂ ਵੈਲਿਊਜ਼ ਨੂੰ ਮੈਂ ਬ੍ਰੈਕਟ ਦੇ ਵਿੱਚੋਂ ਜਿਹੜੇ ਕਾਮਨ ਫੈਕਟਰ ਹੁੰਦੇ ਸੀ ਕਾਮਨ ਕਰਕੇ ਲਿਖ ਲਏ, ਫਿਰ ਉਹ ਤੋਂ ਬਾਅਦ ਚੋਂ ਜਿਵੇਂ ਜਿਵੇਂ ਵੈਲਿਊ ਪਲੱਸ ਵਾਲੀ ਸੀ ਪਹਿਲਾਂ ਲਿਖਤੀ, ਮਾਈਨਸ ਵਾਲੀ ਵੈਲਿਊ ਬਾਅਦ ਚੋਂ ਲਿਖਤੀ। ਫਿਰ ਹੁਣ ਮੈਂ ਡਿਸਾਈਡ ਕਰਨਾਗਾ ਕਿ ਡਾਇਰੈਕਸ਼ਨ ਕੀ ਰਹੂਗੀ, ਕਿਉਂਕਿ ਡਾਇਰੈਕਸ਼ਨ ਤਾਂ ਇੱਕੋ ਹੀ ਹੋਊਗੀ ਨੈਟ ਜਿਹੜੀ ਡਾਇਰੈਕਸ਼ਨ ਆ, ਤਾਂ ਉਹ ਡਿਸਾਈਡ ਕੀਤੀ ਆ R1 ਐਂਡ R2 ਦੀ ਵੈਲਿਊਜ਼ ਨੇ। ਤਾਂ ਮੈਨੂੰ ਪਤਾ ਵੀ B ਜਿਹੜਾ ਗਾ ਉਹ ਇਨਵਰਸਲੀ ਪ੍ਰੋਪੋਰਸ਼ਨਲ ਸੀਗਾ ਰੇਡੀਅਸ ਆਫ ਦਾ ਆਰਕ ਦੇ, ਤੇ ਇਹ ਇਨਵਰਸਲੀ ਹੀ ਰਹੂਗਾ। ਠੀਕ ਹੈ, ਇਸ ਕਰਕੇ ਸੋਚਣ ਦੀ ਲੋੜ ਨਹੀਂ ਵੀ ਇਹ ਕਦੇ ਡਾਇਰੈਕਟਲੀ ਵੀ ਹੋਊਗਾ ਕਿ ਨਹੀਂ। ਤਾਂ ਆਪਾਂ ਨੂੰ ਪਤਾ ਵੀ ਜਿਹਦਾ ਰੇਡੀਅਸ ਸਮਾਲਰ ਆ ਉਹਦੀ ਮੈਗਨੈਟਿਕ ਫੀਲਡ ਵੱਡੀ ਹੋਊਗੀ। ਤਾਂ ਜਿਹੜੀ ਸਾਡੀ ਡਾਇਗਰਾਮ ਸੀ ਉਹਦੇ ਵਿੱਚ R1 ਦੀ ਵੈਲਿਊ R2 ਨਾਲੋਂ ਛੋਟੀ ਆ, ਸੋ R2 ਗ੍ਰੇਟਰ ਦੈਨ R1 ਹੋ ਗਿਆ, ਇਹਦਾ ਮਤਲਬ B1 ਗ੍ਰੇਟਰ ਹੋ ਗਿਆ B2 ਨਾਲੋਂ। ਸੋ ਦੈਟ ਇਜ਼ ਵਾਈ ਆਪਾਂ ਨੇ ਜੋ ਡਿਸਾਈਡ ਕੀਤਾ ਸੀ ਉਹ ਚੋਂ ਪਤਾ ਲੱਗਿਆ ਕਿ ਜਿਹੜੀ B1 ਆ B2 ਨਾਲੋਂ ਵੱਡੀ ਆ, ਤੇ B1 ਵੈਲਿਊ ਕੌਣ ਸੀ? ਪੋਜ਼ਿਟਿਵ, B2 ਵੈਲਿਊ ਨੈਗੇਟਿਵ। ਤਾਂ ਵੱਡੀ ਵੈਲਿਊ ਪੋਜ਼ਿਟਿਵ ਆ, ਪੋਜ਼ਿਟਿਵ ਦਾ ਮਤਲਬ ਹੁੰਦਾ ਆਊਟਵਰਡ, ਸੋ ਇਸ ਕਰਕੇ ਨੈਟ ਆਨਸਰ ਆਊਟਵਰਡ ਆਇਆ। ਠੀਕ ਹੈ, ਜੇ ਕੋਈ ਵੀ ਡਾਊਟ ਆ ਤਾਂ ਮੈਨੂੰ ਹੁਣ ਪੁੱਛ ਲਓ, ਤੇ ਫਿਰ ਮੈਂ ਅਗਲਾ ਕੁਐਸਚਨ ਤੁਹਾਡੇ ਨਾਲ ਡਿਸਕਸ ਕਰਨ ਲੱਗਿਆ। ਆ ਕਲਿੱਕ ਕਰ ਉਹਨਾਂ ਨੇ। ਡਨ। ਓਕੇ, ਇੱਕ ਮਿੰਟ, ਮੈਂ ਮੇਰੇ ਧੀ ਨੇ ਭੇਜਿਆ ਸੀ ਮੈਨੂੰ, ਮੈਂ ਦੇਖ ਲਾਂ ਉਹ ਕਿੱਥੇ ਹੈਗਾ। ਇੱਕ ਮਿੰਟ ਹੋਲਡ ਰੱਖਿਓ ਨਾ, ਇਹਨੇ ਕੁਐਸਚਨ ਭੇਜੇ ਸੀਗੇ। ਓਕੇ, ਤਾਂ ਇੱਕ ਡੈਰੀਵੇਸ਼ਨ ਜਿਹੜੀ ਤੁਹਾਡੇ ਨਾਲ ਡਿਸਕਸ ਕਰਨੀ ਆ, ਮੈਂ ਉਹ ਵੀ ਡਿਸਕਸ ਕਰਦਾ, ਪਰ ਉਸ ਤੋਂ ਪਹਿਲਾਂ ਇੱਕ ਕੁਐਸਚਨ ਆ ਜਿਹੜਾ ਬੁੱਕ ਦੇ ਵਿੱਚ ਸੀਗਾ, ਤੇ ਮੈਂ ਉਹ ਕੁਐਸਚਨ ਤੁਹਾਡੇ ਨਾਲ ਡਿਸਕਸ ਕਰਦਾ। ਮੈਂ ਤਾਂ ਹੀ ਮੰਗਾਇਆ ਸੀਗਾ ਵੀ ਤਾਂ ਕਿ ਤੁਹਾਨੂੰ ਨਾ ਬੁੱਕ ਦੇ ਵਿੱਚੋਂ ਫਿਰ ਆਈਡੀਆ ਹੋ ਜਾਏ ਪ੍ਰੋਪਰਲੀ। ਆਹ ਕੁਐਸਚਨ ਤੁਸੀਂ ਦੇਖਿਆ ਹੋਵੇ ਪੇਪਰ 'ਚ ਵੀ ਆਇਆ ਹੋਇਆਗਾ। ਇਹ ਦੋ ਲੂਪ ਨੇ, ਠੀਕ ਹੈ, ਕਰੰਟ ਦੇ ਦੋ ਲੂਪ ਨੇਗੇ ਆਪਣੇ ਕੋਲ, ਦੋਨਾਂ ਦਾ ਰੇਡੀਅਸ ਜਿਹੜਾ ਗਾ ਉਹ ਸੇਮ ਆ ਤੇ ਸੈਂਟਰ ਵੀ ਕਾਮਨ ਆ। ਠੀਕ ਹੈ, ਰੇਡੀਅਸ ਸੇਮ ਆ, ਜਾਨੀ ਕਿ ਜਿੰਨਾ ਰੇਡੀਅਸ ਆ ਸਰਕਲ ਦਾ ਗਾ ਉਨੀ ਇਹਦਾ ਗਾ। ਸਰਕਲ ਦੇ ਵਿੱਚ ਕਾਮਨ ਸੈਂਟਰ ਆ ਦੋਨਾਂ ਦਾ। ਠੀਕ ਹੈ, ਆਪਣੇ ਕੋਲ ਇੱਕ 'ਚ ਕਰੰਟ ਫਲੋ ਕਰ ਰਿਹਾ ਗਾ ਇੱਧਰ ਨੂੰ, ਤੇ ਇੱਕ 'ਚ ਕਰੰਟ ਫਲੋ ਕਰ ਰਿਹਾ ਗਾ ਇੱਧਰ ਨੂੰ। ਠੀਕ ਹੈ, ਤੇ ਮੈਂ ਇਸ ਡਾਇਗਰਾਮ ਦੇ ਵਿੱਚ ਕਰੰਟ ਵੀ ਸੇਮ ਰੱਖ ਲਿਆ। ਓਕੇ, ਤਾਂ ਦੋ ਲੂਪ ਮਿਊਚੁਅਲੀ ਪਰਪੈਂਡੀਕੂਲਰ ਨੇ ਟੂ ਈਚ ਅਦਰ, ਤੇ ਉਹਨਾਂ ਦੋਨੋਂ ਲੂਪ ਦਾ ਸੈਂਟਰ ਕਾਮਨ ਆ, ਰੇਡੀਅਸ ਕਾਮਨ ਆ, ਤੇ ਕਰੰਟ ਵੀ ਉਹਨਾਂ 'ਚੋਂ ਸੇਮ ਫਲੋ ਕਰ ਰਿਹਾ ਗਾ। ਦੈਟ ਇਜ਼ ਦਾ ਕੁਐਸਚਨ ਸੋ ਫਾਰ। ਹੁਣ ਜਿਹੜੀ ਆਪਣੀ ਅੱਗੇ ਕਹਾਣੀ ਚੱਲਦੀ ਆ ਉਹ ਕੀ ਆ, ਆਪਾਂ ਨੇ ਸੈਂਟਰ ਤੇ ਨੈਟ ਮੈਗਨੈਟਿਕ ਫੀਲਡ ਫਾਈਂਡ ਆਊਟ ਕਰਨੀ ਆ। ਠੀਕ ਹੈ, ਕਿ ਕਿੰਨੀ ਮੈਗਨੈਟਿਕ ਫੀਲਡ ਹੋਊਗੀ ਸੈਂਟਰ ਤੇ। ਹੁਣ ਸੈਂਟਰ ਤੇ ਮੈਗਨੈਟਿਕ ਫੀਲਡ ਫਾਈਂਡ ਆਊਟ ਜਦੋਂ ਕਰਨੀ ਆ, ਸੋ ਸਭ ਤੋਂ ਪਹਿਲਾਂ ਤੁਹਾਨੂੰ ਡਾਇਰੈਕਸ਼ਨ ਪਤਾ ਹੋਣੀ ਚਾਹੀਦੀ ਆ। ਬਾਅਦ ਦੀ ਗੱਲ ਆ ਵੀ ਆਪਾਂ ਫਾਰਮੂਲਾ ਕੀ ਪੁੱਟ ਕਰਨਾ। ਠੀਕ ਹੈ ਨਾ, ਕਿਉਂਕਿ ਡਾਇਰੈਕਸ਼ਨ ਪਹਿਲਾਂ ਆਊਗੀ ਫਿਰ ਆਨਸਰ ਸ਼ੁਰੂ ਹੋਊਗਾ। ਰੀਜ਼ਨ, ਬਿਕੋਜ਼ ਜਦੋਂ ਵੀ ਕਿਤੇ ਕੋਈ ਵੈਕਟਰ ਕੁਆਂਟੀਟੀ ਹੁੰਦੀਆਂ ਨੇ ਤਾਂ ਆਪਾਂ ਉੱਥੇ ਸਭ ਤੋਂ ਪਹਿਲਾਂ ਫੋਕਸ ਕਰਦੇ ਆਂ ਵੀ ਸਾਡੇ ਕੋਲ ਡਾਇਰੈਕਸ਼ਨ ਮਿਲ ਜੇ। ਜੇ ਤੁਹਾਡੇ ਯਾਦ ਹੋਵੇ ਆਪਾਂ ਕੂਲਮਜ਼ ਲਾਅ ਤੋਂ ਸਟਾਰਟ ਕੀਤਾ ਸੀ, ਤਾਂ ਮੈਂ ਫਾਰਮੂਲਾ ਤਾਂ ਬਾਅਦ ਦੇ ਵਿੱਚ ਪੁੱਟ ਕਰਨਾ ਸ਼ੁਰੂ ਕੀਤਾ, ਸਭ ਤੋਂ ਪਹਿਲਾਂ ਮੈਂ ਡਾਇਰੈਕਸ਼ਨ ਬਣਾਉਂਦਾ ਸੀ। ਤਾਂ ਇੱਥੇ ਵੀ ਉਹੀ ਕੰਮ ਆ, ਵੀ ਹੈਵ ਟੂ ਫਿਗਰਡ ਆਊਟ ਕਿ ਕਿਹੜੀ ਡਾਇਰੈਕਸ਼ਨ ਆ ਤੇ ਕਿੰਨੀ ਆ। ਠੀਕ ਹੈ, ਕਿਸ ਸਾਈਡ ਨੂੰ ਆ। ਤਾਂ ਜਿਹੜਾ ਹੁਣ ਆ ਲੂਪ ਆ ਤੁਸੀਂ ਦੇਖ ਰਹੇ ਹੋ, ਆ ਲੂਪ, ਇਹ 'ਚ ਹੁਣ ਥੋੜੀ ਜਿਹੀ ਕਨਫਿਊਜ਼ਨ ਰਹਿਣੀ ਆ। ਉਹ ਕਨਫਿਊਜ਼ਨ ਐਕਚੁਅਲੀ ਕੀ ਆ, ਜੈਨੂਨ ਆ, ਕਿਉਂਕਿ ਆਪਾਂ ਇਹ 3D ਆ, ਇਹ ਲੂਪ ਜਿਹੜਾ ਗਾ ਉਹ ਆਏ ਆ। ਠੀਕ ਹੈ, ਲੂਪ ਆਏ ਬਣਿਆ ਹੋਇਆ। ਤਾਂ ਤੁਸੀਂ ਇੱਕ ਕੰਮ ਕਰਨਾ ਇਸ ਕਨਫਿਊਜ਼ਨ ਨੂੰ ਦੂਰ ਕਰਨ ਲਈ, ਕਿਉਂਕਿ ਜੇ ਤਾਂ ਮੇਰੇ ਕੋਲੇ ਹੁੰਦੇ ਤੁਸੀਂ, ਫਿਰ ਤਾਂ ਮੈਂ ਤੁਹਾਨੂੰ ਕੱਲੇ ਨੂੰ ਬਿਠਾ ਕੇ ਕੋਲੇ ਸਮਝਾਈ ਜਾਂਦਾ ਵੀ ਆਹ ਦੇਖੋ ਪੁੱਤ ਐਂ ਬਣ ਗਿਆ, ਐਂ ਬਣ ਗਿਆ, ਕਿਉਂਕਿ ਮੋਸਟਲੀ ਹਰ ਇੱਕ ਬੱਚੇ ਨਾਲ ਅਸੀਂ ਕਰਦੇ ਰਹੇ ਆਂ। ਪਰ ਹੁਣ ਕਿਉਂਕਿ ਆਪਾਂ ਬਹੁਤ ਦੂਰ ਆ, ਤੁਸੀਂ ਆਪਣੀ ਕਾਪੀ ਦੇ ਉੱਪਰ ਆਹ ਡਾਇਗਰਾਮ ਬਣਾਓ ਤੇ ਉਹਦੇ 'ਚ ਜਿਵੇਂ ਜਿਵੇਂ ਮੈਂ ਕਰੰਟ ਮੈਂਸ਼ਨ ਕੀਤਾ ਹੋਇਆ ਉਹ ਮੈਂਸ਼ਨ ਕਰ ਲਓ ਇੱਕ ਵਾਰੀ। 1 ਮਿੰਟ ਲੱਗਣਾ ਪੁੱਤ,
पर इस तरह के क्वेश्चन के चांस हैगे ने, इस करके डायग्राम बना लो पहला नाल प्रॉपरली। तो लक लाण तो जे किसी को कॉपी पेन नहीं है कोले, हो सकता एक अद्धा भज लिया हो इधर उधर, अपना ही कापी वो पेन कित्थे गया। बन गई डायग्राम। एरो तुसी देख लेने ध्यान नाल पुत्त, एरो दे बारे मैं फिर कहना। आ एरो जिहड़ा मैं दोबारा इत्थे डायग्राम वड्डी च करके दिखाउणा, आ एरो इधर नूं आ आए, ठीक है, ताकि कन्फर्म हो जे। ते आ एरो इधर नूं आ आए, ठीक है। आ एरो तो देखी गए होने तुहानूं, आ वाला एरो इधर नूं आ एरो इधर नूं आ, क्योंकि एरो भी गलत ना हो जान, फिर गड़बड़ हो जाएगी। सो ऑल गुड, ओके। हुण तुहाडे कोल कॉपी तुहाडे सामने होनी आ। वो कॉपी दे विच सब तो पहला तो आ जिहड़ा लूप आ वाला लूप, ठीक है, मैं इनू इहदा नाम C1 लिखदा, सर्कल C1। आ लूप जिहड़ा इहदा नाम C2 लिख दिंदा, ताकि मैंशन करना ईजी हो जाए। हुण जे तुसीं C1 नू ध्यान नाल देखो, ये हॉरिजोंटल लूप आ, यानी कि हॉरिजोंटल पिया आए, तो हॉरिजोंटल लूप जिहड़ा गा वो आए पिया गा, ठीक है। हुण तुसीं इहनू देखो ध्यान नाल भी थोड़ी कॉपी दे उपर जिहड़ी इहदी डायग्राम बनी हुई आ, ਉਹਦੇ अकॉर्डिंग ਇਹਦੀ डायरेक्शन की है, क्लॉकवाइज और एंटी क्लॉकवाइज। चेक करो, क्लॉकवाइज हुई तो सी लिख दो मैनू, एंटी क्लॉकवाइज लगी तो ए लिख दो, ओके। बाकी दे भी बोल दो पुत्त, शाबाश। सी गुड, ये तो मतलब सारे लिए ठीक है, ओके। हुण ये क्लॉकवाइज है ना, ओके। तो ये हैगा हॉरिजोंटल लूप, है ना। तो हॉरिजोंटल लूप किवें आ, जिवें अपने कोल आए प्लेट पई होवे, राइट, खाने वाली प्लेट, ते ओह च पाया होवे कड़ाही पनीर ते नाल चौल रखे होण साइड ते थोड़े जे, आहा एक बड़ा सारा बटर नान पिया होवे, वाह। तां प्लेट आ, हुण प्लेट दे विच करंट किधर नूं चल रहा हैगा, क्लॉकवाइज। तो तुसीं अपनियां फिंगर्स नूं क्लॉकवाइज कर्ल करो, राइट हैंड दियां। तो मैं तुहानूं समझाया हुआ भी जो क्लॉकवाइज कर्ल करनी है, आपां उदन ये ऐप इंस्टॉल कीती सीगी, तो आपां ऐप इंस्टॉल कीती सी क्लॉकवाइज दी, ते एंटी क्लॉकवाइज वाली तुहाडे माइंड च कराई सी ना ऐप इंस्टॉल। तो देखो क्लॉकवाइज लई तुसीं अपनियां फिंगर्स नूं ऐं कर्ल करोगे तो थंब डाउनवर्ड जाना चाहिए, देखो चेक करो, आई आ रहा क्लॉकवाइज थंब डाउनवर्ड, क्लॉकवाइज थंब डाउनवर्ड। आ रहा थंब डाउनवर्ड, यस, ओके गुड। बड़े सियाने बच्चे ने, क्या बात है, ओके। डाउनवर्ड आ तो इसका मतलब मैग्नेटिक फील्ड की प्रोड्यूस होगी, डाउनवर्ड। तो जी यदि मैग्नेटिक फील्ड आ, मैं वो इधर लिख रहा हूँ देखो, ताकि थोड़ा कन्फ्यूजन ना हो। C1 लूप की मैग्नेटिक फील्ड नूं मैं B1 लिखूंगा, तो वह हैगी डाउनवर्ड, ठीक है। हुण आ जाओ जिहदी कन्फ्यूजन आ, वो हैगा आ लूप अपने कोल। हुण तुसीं इस लूप नूं किवें सोच रहे होवोगे, ये लूप जिवें एक तुहाडे कोल कड़ा जां चूड़ी हुंदी आ, राइट। तुसीं वो चूड़ी नूं कॉपी ते ऐ रखिया होया गा इस तरह, तो चूड़ी ऐ पई है ना, ऐ पई होगी, तो ऐ रखी हुई है वो चूड़ी, ऐ नहीं, जे तो ऐ रखती चूड़ी ऐ रिंग, फिर तो गड़बड़ हो जूगी, क्योंकि फिर तो दिखनी नहीं, टेढ़ी रखी हुई है, राइट, ऐ है ना। तो हुण तुसीं ध्यान नाल देखो करंट ओहदे विचों किधर नूं फ्लो कर रहा हैगा। तो तुहाडे लई मैं हुण तुहानूं ईजी मैथड दसदा इहदे लई, ठीक है, क्योंकि जे तुसीं दोबारा ट्राई करोगे कदे इन फ्यूचर तो तुहानूं एक कन्फ्यूजन हो सकती है, मैं कन्फ्यूजन भी तुहाडे नाल शेयर करूँगा। पर जिहड़ा उपरला हिस्सा हुंदा ना, इहनूं देखीदा हुंदा, बॉटम नहीं देखना, उपरला हिस्सा, ठीक है, क्योंकि एरो जिहड़े ने वो जां तां टॉप एंड बॉटम ते पाए होणगे,
ਜਾਂ ਲੈਫਟ ਐਂਡ ਰਾਈਟ ਤੇ ਪਾਏ ਹੋਣਗੇ। ਪਰ ਜੇ ਟੌਪ ਐਂਡ ਬਾਟਮ ਵਾਲੇ ਐਰੋ ਹੋਏ ਤਾਂ ਫਿਰ ਮੈਂ ਦੱਸ ਰਿਹਾ। ਟੌਪ ਵਾਲਾ ਜਿਹੜਾ ਐਰੋ ਆ ਉਹਨੂੰ ਦੇਖੋ ਧਿਆਨ ਨਾਲ। ਜੇ ਤਾਂ ਐਰੋ ਉਹ ਅੰਦਰ ਨੂੰ ਬਣਿਆ ਹੋਇਆ, ਜਿਵੇਂ ਆ ਬਣਿਆ ਹੋਇਆ, ਰਾਈਟ, ਫਿਰ ਤਾਂ ਤੁਸੀਂ ਆਪਣੀ ਫਿੰਗਰ ਨੂੰ ਉੱਪਰੋਂ ਵੀ ਅੰਦਰ ਨੂੰ ਘੁਮਾ ਦੇਣਾ ਹੈ। ਦੁਬਾਰਾ ਸੁਣ ਲਓ, ਐਰੋ ਉੱਪਰਲਾ ਦੇਖਣਾ, ਨੀਚੇ ਵਾਲਾ ਐਰੋ ਨਹੀਂ ਦੇਖਣਾ ਹਜੇ, ਠੀਕ ਹੈ। ਇਹ ਐਰੋ ਨੂੰ ਦੇਖਣਾ, ਹੇਠਾਂ ਵਾਲੇ ਐਰੋ ਨੂੰ ਨਹੀਂ। ਤਾਂ ਜਿਹੜਾ ਇਹ ਐਰੋ ਆ ਇਹ ਉੱਪਰੋਂ ਅੰਦਰ ਨੂੰ ਆ, ਦੇਖੋ ਧਿਆਨ ਨਾਲ, ਅੰਦਰ ਨੂੰ ਆ ਨਾ, ਪੇਪਰ ਦੇ ਤੁਹਾਡੀ ਕਾਪੀ ਦੇ ਅੰਦਰ ਨੂੰ ਬਣਿਆ ਹੋਏ। ਤਾਂ ਤੁਸੀਂ ਵੀ ਆਪਣੀਆਂ ਫਿੰਗਰਸ ਨੂੰ ਅੰਦਰ ਨੂੰ ਘੁਮਾ ਦੇਣਾ। ਤਾਂ ਹੁਣ ਜੇ ਤੁਸੀਂ ਆਪਣੀ ਕਾਪੀ ਤੇ ਦੇਖੋ, ਤੁਸੀਂ ਫਿੰਗਰਸ ਨੂੰ ਅੰਦਰ ਨੂੰ ਘੁਮਾਓਗੇ, ਯਾਨੀ ਕਿ ਜਿੱਧਰ ਨੂੰ ਐਰੋ ਆ ਉਧਰ ਨੂੰ ਆਪਣੇ ਟਿਪਸ ਨੂੰ, ਰਾਈਟ ਹੈਂਡ ਦੀਆਂ ਟਿਪਸ ਨੂੰ ਉਧਰ ਨੂੰ ਘੁਮਾ ਦਿਓ। ਤੇ ਦੇਖੋ ਤੁਹਾਡੀ ਕਾਪੀ ਦੇ ਉੱਪਰ ਉਹਦੀ ਡਾਇਗਰਾਮ ਕਿੱਧਰ ਨੂੰ, ਥੰਮ ਦੀ ਡਾਇਰੈਕਸ਼ਨ ਕਿੱਧਰ ਨੂੰ ਆ ਰਹੀ ਆ, ਲੈਫਟ ਨੂੰ ਆ ਰਹੀ ਆ ਕਿ ਰਾਈਟ ਨੂੰ ਆ ਰਹੀ ਆ, ਇਹ ਦੱਸੋ। ਲੈਫਟ ਹੋਇਆ ਐਲ ਲਿਖ ਦਿਓ, ਰਾਈਟ ਹੋਇਆ ਆਰ ਲਿਖ ਦਿਓ। ਥੰਮ ਦੀ ਡਾਇਰੈਕਸ਼ਨ ਤੁਹਾਡੇ ਲੈਫਟ ਹੈਂਡ ਸਾਈਡ ਨੂੰ ਆ ਰਹੀ ਆ ਜਾਂ ਰਾਈਟ ਹੈਂਡ ਸਾਈਡ ਨੂੰ ਆ ਰਹੀ ਆ। ਓਕੇ, ਗੁੱਡ, ਵਾਹ, ਗੁੱਡ। ਵਿਦਿਆ ਦਾ ਪੁੱਤ ਤੁਹਾਡੇ ਤੇ ਨਾ ਬਸ ਉਹੀ ਆ, ਮੇਰੇ ਹੀ ਹੋ ਰਹੀਆਂ ਨੇ, ਅੰਮ੍ਰਿਤ ਹੀ ਵਰਸ ਰਿਹਾ ਤੁਹਾਡੇ ਤੇ। ਬਹੁਤ ਵਧੀਆ, ਸ਼ਾਬਾਸ਼, ਜਿਉਂਦੇ ਵਸਦੇ ਰਹੋ। ਮੈਂ ਬਹੁਤ ਬਹੁਤ ਦਵਾਵਾਂ ਤੁਹਾਨੂੰ। ਤਾਂ ਇਹਦਾ ਮਤਲਬ ਲੈਫਟ ਨੂੰ ਆ ਰਿਹਾ ਹੈ ਨਾ, ਤਾਂ ਲੈਫਟ ਨੂੰ ਆ ਰਿਹਾਗਾ, ਤਾਂ ਇਹਦਾ ਮਤਲਬ ਦੂਜਾ ਐਰੋ ਕਿੱਧਰ ਨੂੰ ਜਾਊਗਾ, ਲੈਫਟ ਨੂੰ, ਮੈਗਨੈਟਿਕ ਫੀਲਡ ਦਾ। ਸੋ B1 ਤੇ B2 ਦੇਖੋ ਦੋ ਡਾਇਰੈਕਸ਼ਨ ਆ ਗਈਆਂ ਮੇਰੇ ਕੋਲ। ਤਾਂ ਹੁਣ ਦੋ ਵੈਕਟਰ ਬਣ ਗਏ, ਇਹ ਦੋਨੋਂ ਆਪਸ ਕੀ ਨੇ, ਪਰਪੈਂਡੀਕੂਲਰ। ਇਹਦਾ ਮਤਲਬ ਇਹਨਾਂ ਦੋਨਾਂ ਦਾ ਰਿਜ਼ਲਟੈਂਟ ਕੀ ਹੋਊਗਾ, ਤਾਂ ਰਿਜ਼ਲਟੈਂਟ ਆਹੀ ਹੋਊਗਾ ਨਾ। ਸੋ ਦੈਟ ਇਜ਼ ਦਾ ਨੈਟ ਮੈਗਨੈਟਿਕ ਫੀਲਡ। ਤਾਂ ਹੁਣ ਜਦੋਂ ਦੋ ਵੈਕਟਰ ਪਰਪੈਂਡੀਕੂਲਰ ਹੁੰਦੇ ਨੇ, ਉਹਦਾ ਰਿਜ਼ਲਟੈਂਟ ਕਿਵੇਂ ਲਿਖ ਦਿੰਦੇ ਆਪਾਂ, ਪਹਿਲੇ ਦਾ ਸਕੁਅਰ ਤੇ ਦੂਜੇ ਦਾ ਸਕੁਅਰ, ਉਹਦਾ ਅੰਡਰਰੂਟ ਐਡ ਕਰਕੇ, ਰਾਈਟ। ਹੁਣ ਮੈਂ B1 ਤੇ B2 ਦੀ ਵੈਲਿਊ ਬਾਰੇ ਸੋਚੂੰਗਾ ਕਿ ਕੀ ਹੋਊਗੀ, ਠੀਕ ਹੈ। ਤਾਂ B1 ਐਂਡ B2 ਦੀ ਵੈਲਿਊ, ਕਿਉਂਕਿ ਮੈਂ ਸਿਰਫ ਉਹਦੇ ਮੈਗਨੀਟਿਊਡ ਪੁੱਟ ਕਰ ਰਿਹਾ, ਇਸ ਕਰਕੇ ਮੈਂ ਡਾਇਰੈਕਸ਼ਨ ਨਹੀਂ ਲਿਖੂੰਗਾ ਵੀ ਉਹ ਪੋਜ਼ਿਟਿਵ ਆ ਜਾਂ ਨੈਗੇਟਿਵ ਆ, ਠੀਕ ਹੈ। ਸੋ ਨੋ ਪੋਜ਼ਿਟਿਵ ਨੋ ਨੈਗੇਟਿਵ, ਬਿਕੋਜ਼ ਮੈਂ ਸਿਰਫ ਮੈਗਨੀਟਿਊਡ ਯੂਜ਼ ਕਰ ਰਿਹਾ ਉਹਦੇ। ਤੇ ਇਸ ਕਰਕੇ B1 ਦੀ ਵੈਲਿਊ ਕਿੰਨੀ ਆ, ਹੁਣ ਤੁਸੀਂ ਦੇਖੋ, ਲੂਪ ਸਰਕਲ ਆ, ਤਾਂ ਸਰਕਲ ਹੋਣ ਕਰਕੇ ਥੀਟਾ ਕਿੰਨਾ ਹੋ ਗਿਆ, 2π, ਯਾਦ ਕਰੋ। ਤਾਂ ਇਹਦਾ ਮਤਲਬ ਆਂਸਰ ਆ ਗਿਆ μ0/4π I/ ਰੇਡੀਅਸ ਨੂੰ r ਮੰਨ ਲਓ, ਠੀਕ ਹੈ, ਕਿਉਂਕਿ ਦੋਨਾਂ ਦਾ ਰੇਡੀਅਸ ਸੇਮ ਆ, ਇਨਟੂ 2π। ਤੇ ਮੈਂ ਇੱਕ ਗੱਲ ਤੁਹਾਨੂੰ ਪਹਿਲਾਂ ਵੀ ਦੱਸਣੀ ਭੁੱਲ ਗਿਆ, ਆ ਪਾਈ ਨਾਲ ਪਾਈ ਕੈਂਸਲ ਕਰਨ ਦਾ ਲਾਲਚ ਜਿਹੜਾ ਹੁੰਦਾ ਨਾ ਮਨ 'ਚ, ਇਹ ਨਾ ਲਿਆਇਓ ਕਦੇ ਵੀ, ਕਿਉਂਕਿ ਆਪਾਂ ਨੂੰ ਹੁੰਦਾ ਨਾ ਵੀ ਜਿਹੜੇ ਕਾਮਨ ਫੈਕਟਰ ਨੇ ਨਾਲ ਦੀ ਨਾਲ ਕੈਂਸਲ ਕਰ ਦਿਓ। ਕਿਉਂ? ਕਿਉਂਕਿ μ0/4π ਆਪਣੇ ਆਪ 'ਚ ਇੱਕ ਕਾਂਸਟੈਂਟ ਆ, ਤੇ ਇਹਨੂੰ ਡਿਸਟਰਬ ਨਹੀਂ ਕਰਨਾ। ਇਹ ਕੋਈ ਰੂਲ ਨਹੀਂ ਹੈ, ਪਰ ਜੇ ਤੁਸੀਂ ਪਾਈ ਨਾਲ ਪਾਈ ਕੈਂਸਲ ਕਰੋਗੇ ਤਾਂ μ0 ਦੀ ਵੈਲਿਊ ਦੇ ਨਾਲ ਤੁਹਾਨੂੰ ਪਾਈ ਦੀ ਵੈਲਿਊ ਸਬਸਟੀਟਿਊਟ ਕਰਨੀ ਹੀ ਪੈਣੀ ਐਂਡ ਤੇ। ਸੋ ਇਸ ਕਰਕੇ ਇਹ ਪਾਈ ਨੂੰ ਪਾਈ ਨਾਲ ਕੈਂਸਲ ਨਹੀਂ ਕਰਨਾ, ਠੀਕ ਹੈ, ਨਾ ਹੀ ਇਹ ਨੰਬਰ ਨੂੰ ਕੈਂਸਲ ਕਰਨਾ। ਸੋ ਇਹਨੂੰ ਯਾਨੀ ਕਿ ਇਹਨੂੰ ਇਗਨੋਰ ਕਰ ਦਿਓ ਵੀ ਇਹ ਨਾਲ ਹੈਗਾ ਜ਼ਰੂਰ ਆ, ਪਰ ਇਹ ਕਿਸੇ ਵੈਲਿਊ ਨੂੰ ਕੰਟਰੀਬਿਊਟ ਨਹੀਂ ਕਰ ਰਿਹਾ। ਤੇ B2 ਦੀ ਵੈਲਿਊ ਸੇਮ ਦੇਖੋ, μ0/4π I/r ਇਨਟੂ, ਉਹ ਵੀ 2π ਆ ਗਈ, ਰਾਈਟ, ਕਿਉਂਕਿ ਦੋਨਾਂ ਲਈ ਕਰੰਟ ਅਸੀਂ ਸੇਮ ਮੰਨਿਆ, ਦੋਨਾਂ ਲਈ ਰੇਡੀਅਸ ਸੇਮ ਸੀਗਾ। ਤਾਂ ਆਹ ਦੋਨੋਂ ਵੈਲਿਊਜ਼ ਨੂੰ ਅਸੀਂ ਇੱਥੇ ਪੁੱਟ ਕਰ ਦਾਂਗੇ। ਤਾਂ ਕਾਮਨ ਕੀ ਕੁਝ ਹੋ ਗਿਆ, ਦੇਖੋ ਸਕੁਅਰ ਕਰਕੇ ਜਦੋਂ ਕਾਮਨ ਕਰਾਂਗੇ ਤਾਂ ਇੱਕ ਇੱਕ ਫੈਕਟਰ ਤਾਂ ਬਾਹਰ ਹੀ ਆ ਗਿਆ। ਸੋ μ0 ਬਾਹਰ ਆ ਜਾਊਗਾ, /4π ਬਾਹਰ ਆ ਜਾਊਗਾ, I ਬਾਹਰ ਆ ਜਾਊਗਾ, r ਬਾਹਰ ਆ ਜਾਊਗਾ, 2π ਬਾਹਰ ਆ ਜਾਊਗਾ। ਅੰਦਰ ਕੀ ਰਹਿ ਗਿਆ, 1 ਦਾ ਸਕੁਅਰ ਪਲੱਸ 1 ਦਾ ਸਕੁਅਰ, ਤਾਂ 1 + 1 2 √2। So that means μ0/√2 times μ0/4π I/r into 2π ਆ ਗਿਆ, ਇਹ ਆਨਸਰ ਆ ਜਾਊਗਾ। ਤਾਂ ਹੁਣੇ ਤੁਸੀਂ ਦੇਖੋ ਧਿਆਨ ਨਾਲ, μ0/4π I/r into 2π, ਇਹ B1 B2 ਦੇ ਵਿੱਚੋਂ ਕੋਈ ਵੀ ਇੱਕ ਵੈਲਿਊ ਆ। ਸੋ √2 ਟਾਈਮਸ ਈਦਰ ਵੈਲਿਊ ਹੋਊਗੀ ਦੋਨਾਂ ਚੋਂ ਕੋਈ ਵੀ, ਠੀਕ ਹੈ। ਤੇ ਜੇ ਹੁਣ ਆਪਾਂ ਗੱਲ ਕਰੀਏ ਵੀ ਇਹਦੀ ਡਾਇਰੈਕਸ਼ਨ ਕੀ ਆ, ਤਾਂ ਡਾਇਰੈਕਸ਼ਨ ਦੇ ਲਈ ਤੁਹਾਨੂੰ ਕੈਲਕੂਲੇਟ ਕਰਨਾ ਪਊ tan, ਕਿਉਂਕਿ ਮੈਂ ਬਹੁਤ ਵਾਰ ਸਮਝਾਇਆਗਾ, ਜਦੋਂ ਵੈਕਟਰ ਦੇ ਲਈ ਰਿਜ਼ਲਟੈਂਟ ਕੈਲਕੂਲੇਟ ਕਰਦੇ ਆ ਤਾਂ ਸਾਨੂੰ tan ਥੀਟਾ ਹੀ ਕੈਲਕੂਲੇਟ ਕਰਨਾ ਪੈਂਦਾ। ਤਾਂ tan ਦੀ ਵੈਲਿਊ ਕਿੰਨੀ ਆ ਜਾਊਗੀ, ਦੇਖੋ ਮੰਨ ਲਓ ਇਹਨੂੰ ਥੀਟਾ ਲਿਖ ਲਓ। ਸੋ tan ਕਿੰਨਾ ਆ ਜਾਊਗਾ, ਜੇ ਆਪਾਂ ਰਾਈਟ ਐਂਗਲ ਟ੍ਰਾਇੰਗਲ ਬਣਾ ਦਈਏ ਉਰੇ, ਆ B1 ਤੇ ਆ ਲਾਈਨ ਜਿਹੜੀ ਆ ਉਹ ਇਹਦੇ ਪੈਰਲਲ ਆ B2 ਹੋ ਗਈ।
सो tan थीटा की होगा B2 upon B1. सो tan थीटा is B2 upon B1. तो B2 ते B1 की वैल्यू देखो सेम आ, tan थीटा 1 आ गया. सो थीटा शुड बी 45 डिग्री. ठीक है. तो इस तरह हुण जे डायग्राम नूं आ डायग्राम बनाई है साइड ते, तो ਉਹਨੂੰ ਇਹਦੇ ਵਿੱਚ ਹੌਚ ਪੌਚ ਐਂ ਕਰਨ ਦੀ ਲੋੜ ਨਹੀਂ ਪੈਣੀ ਤੁਹਾਨੂੰ ਵੀ ਐਂ ਬਣਾਈ ਜਾਓ. ਕਿਉਂ? ਕਿਉਂਕਿ ਇਹਦੇ ਨਾਲ ਡਾਇਗਰਾਮ ਕਨਫਿਊਜ਼ ਕਰੋਗੀ ਤੁਹਾਨੂੰ. ਸੋ ਸਾਈਡ ਤੇ ਬੈਟਰ ਆ, ਨਾਲ ਪਤਾ ਲੱਗ ਜਾਂਦਾ ਉਹਨੂੰ, ਟੀਚਰ ਨੂੰ ਵੀ ਪਤਾ ਲੱਗ ਜੂਗਾ ਕਿਉਂਕਿ ਸਾਰੇ ਵਧੀਆ ਟੀਚਰ ਹੀ ਹੁੰਦੇ ਨੇ, ਪੜ੍ਹੇ ਸਾਰੇ, ਪਤਾ ਹੁੰਦਾ ਸਭ ਨੂੰ ਵੀ ਕਿਵੇਂ ਕਿਵੇਂ ਕਰ ਰਹੇ ਬੱਚੇ, ਹੈ ਨਾ. ਤਾਂ ਆਹ ਡਾਇਗਰਾਮ ਦੇ ਵਿੱਚੋਂ ਦੇਖੋ ਇਸ ਤਰ੍ਹਾਂ ਕੀਤਾ. ਹੁਣ ਜੇ ਤੁਸੀਂ ਇਸ ਤਰ੍ਹਾਂ करंट ਤੁਹਾਨੂੰ ਇੱਕ ਵਾਰੀ I ਦੇ ਦੇ, ਦੂਜਾ 2I ਦੇ ਦੇ ਕਰੰਟ, ਤਾਂ ਤੁਸੀਂ ਉਹ ਵੈਲਿਊ ਆਪਣੇ ਆਪ ਸਬਸਟੀਟਿਊਟ ਕਰ ਸਕਦੇ ਹੋ, ਤਾਂ ਉਹਦੇ 'ਚ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਤੁਹਾਨੂੰ. ਆਈ ਰੇਡੀਅਸ ਇੱਕ R ਦੇ ਦੇ, ਦੂਜਾ 2R ਦੇ ਦੇ. ਠੀਕ ਹੈ. ਤਾਂ ਇਸ ਤਰ੍ਹਾਂ ਦੇ ਕੁਐਸਚਨ ਵੀ ਤੁਹਾਡੇ ਈਜ਼ੀਲੀ ਹੋ ਜਾਣਗੇ. ਕਰੋ ਇਹਨੂੰ ਸੋਲਵ, ਕਲਿੱਕ ਕਰ ਲਓ. ਓਕੇ. ਇੱਕ ਮੈਨੂੰ ਉਹ ਦੱਸੋ, ਤੁਹਾਡੇ ਕੋਲ ਉਹਦਾ ਉਹ ਸਿਲੇਬਸ ਹੈਗਾ ਗਾ ਵੀ ਮੈਗਨੈਟਿਕ ਫੀਲਡ ਡਿਊ ਟੂ ਏ ਸਰਕੂਲਰ ਰਿੰਗ ਔਨ ਇਟਸ ਐਕਸਿਸ ਹੈਗਾ? ਓਕੇ, ਲਓ ਵੀ ਉਹ ਵੀ ਦੇਖ ਲਓ ਇੱਕ ਵਾਰੀ, ਹੈ ਨਾ. ਈਜ਼ੀ ਆ ਉਹ ਕੁਐਸਚਨ, ਸੌਖਾ ਹੀ ਆ ਕਿਉਂਕਿ ਉਹਦੇ ਬੇਸ ਤੇ ਵੀ ਕੁਐਸਚਨ ਆਉਂਦੇ ਹੁੰਦੇ ਨੇ. ਤਾਂ ਆਹ ਰਿੰਗ ਆ, ਜਿਵੇਂ ਆਪਾਂ ਹੁਣ ਕੀਤਾ ਸੀ ਕੁਐਸਚਨ ਉਸੇ ਤਰ੍ਹਾਂ ਹੀ ਆ. ਠੀਕ ਹੈ. ਤੁਸੀਂ ਹੁਣ ਇਹ ਦੇਖੋ ਧਿਆਨ ਨਾਲ, ਤੁਸੀਂ ਕਰੰਟ ਦੀ ਡਾਇਰੈਕਸ਼ਨ ਬਣਾਉਣੀ ਹੈ. ਇਹਦੇ ਵਿੱਚ ਇੱਕ ਮਿਸਟੇਕ ਹੁੰਦੀ ਹੈ ਜਿਹੜੀ ਮੈਂ ਤੁਹਾਨੂੰ ਯਾਦ ਹੈ, ਤੁਹਾਨੂੰ ਦੱਸਿਆ ਸੀਗਾ ਵੀ ਤੁਹਾਡੇ ਸਕੂਲ ਦੀ ਇੱਕ ਬੱਚੀ ਸੀਗੀ ਤੇ ਉਹਨੇ ਮਿਸਟੇਕ ਕੀਤੀ ਸੀਗੀ ਇਹ, ਵੀ ਉਹਦੇ ਪੇਪਰ 'ਚੋਂ ਨੰਬਰ ਕੱਟੇ ਹੋਏ ਸੀਗੇ, ਰਾਈਟ. ਵੀ ਉਹ ਆਉਂਦਾ ਸਾਰਾ ਸੀ ਉਹਨੂੰ ਪੇਪਰ 'ਚੋਂ, ਪਰ ਫਿਰ ਵੀ ਉਹਦੇ ਨੰਬਰ ਕੱਟੇ ਗਏ ਸੀਗੇ, ਜਿਹਦੇ ਕਰਕੇ ਅਸੀਂ ਪੇਪਰ ਚੈੱਕ ਕਰਾਇਆ ਸੀ. ਹੁਣ ਉਹ ਮਿਸਟੇਕ ਦੇਖ ਲਓ. ਤੁਸੀਂ ਡਾਇਗਰਾਮ ਜਦੋਂ ਬਣਾਉਣੇ ਹੋ, ਜੇ ਤੁਸੀਂ ਇਹ ਡੈਰੀਵੇਸ਼ਨ ਕੀਤੀ ਹੋਊਗੀ, ਤਾਂ ਸਭ ਤੋਂ ਪਹਿਲਾਂ ਡਾਇਗਰਾਮ ਬਣਾਉਣ ਤੋਂ ਬਾਅਦ ਨਾ ਆਪ ਨਾਲ ਦੀ ਨਾਲ ਇੱਧਰ ਪੁਆਇੰਟ ਮੰਨ ਲੈਂਦੇ ਆ. ਠੀਕ ਹੈ. ਤਾਂ ਮੈਂ ਉਸੇ ਤਰ੍ਹਾਂ ਚੱਲ ਰਿਹਾ ਜਿਵੇਂ ਤੁਸੀਂ ਕੀਤਾ ਹੋਊਗਾ, ਫਿਰ ਮੈਂ ਤੁਹਾਨੂੰ ਦੱਸੂ ਮਿਸਟੇਕ ਕੀ ਆ. ਤਾਂ ਆਹ ਸੈਂਟਰ ਲਾਈਨ ਹੋ ਗਈ ਐਕਸਿਸ, ਇਸ ਐਕਸਿਸ ਤੇ ਆਹ ਪੁਆਇੰਟ ਹੋ ਗਿਆ. ਰੇਡੀਅਸ ਨੂੰ ਤੁਸੀਂ A ਮੰਨ ਲਓ, ਮੈਂ R ਮੰਨਦਾ ਹੁੰਦਾ, ਵੈਸੇ R ਹੀ ਮੰਨ ਲੈਣਾ, ਚਲੋ R. ਤੇ ਆ ਸੈਂਟਰ ਤੋਂ ਡਿਸਟੈਂਸ ਹੋ ਗਿਆ X. ਠੀਕ ਹੈ. ਤੇ ਇਸ ਪੁਆਇੰਟ ਤੇ ਮੈਗਨੈਟਿਕ ਫੀਲਡ ਫਾਈਂਡ ਆਊਟ ਕਰਨੀ ਆ ਆਪਾਂ. ਤਾਂ ਆਏ ਆਪਾਂ ਡਾਇਗਰਾਮ ਬਣਾਉਣੇ ਹੁੰਦੇ ਆ. ਬੋਲੋ, ਆਈ ਬਣਦੀ ਆ ਨਾ ਡਾਇਗਰਾਮ. ਸਭ ਤੋਂ ਪਹਿਲਾਂ ਤੁਸੀਂ ਕਦੇ ਕੀਤਾ ਹੋਊਗਾ ਤਾਂ ਡਾਇਗਰਾਮ ਸਭ ਤੋਂ ਪਹਿਲਾਂ ਬਣਾਉਣ ਲੱਗੇ ਤੁਸੀਂ ਆਈ ਬਣਾਏ ਹੋ. ਹੁਣ ਜੇ ਡਾਇਗਰਾਮ ਇਸ ਤਰ੍ਹਾਂ ਬਣਾਈ ਆ, ਤਾਂ ਇਹਦਾ ਮਤਲਬ ਤੁਸੀਂ ਕਨਫਰਮ ਕਰ ਲਿਆ ਕਿ ਜਿਹੜਾ ਪੁਆਇੰਟ P ਆ ਉਹ ਰਾਈਟ ਸਾਈਡ ਤੇ ਆ ਤੇ ਉਧਰ ਮੈਗਨੈਟਿਕ ਫੀਲਡ ਇਸ ਲੂਪ ਦੀ ਪਹੁੰਚ ਰਹੀ ਆ. ਠੀਕ ਹੈ. ਹੁਣ ਜੇ ਇੱਧਰ ਮੈਗਨੈਟਿਕ ਫੀਲਡ ਪਹੁੰਚ ਰਹੀ ਆ, ਤਾਂ ਤੁਹਾਡੇ ਕੋਲ ਕਰੰਟ ਦੀ ਡਾਇਰੈਕਸ਼ਨ ਕੀ ਹੋਣੀ ਚਾਹੀਦੀ ਆ? ਇਹ ਮਿਸਟੇਕ ਸੀ ਉਹਦੀ ਬੱਚੀ ਦੀ, ਬਸ ਇੰਨੀ ਮਿਸਟੇਕ ਸੀ. ਠੀਕ ਹੈ ਨਾ. ਕਰੰਟ ਦੀ ਡਾਇਰੈਕਸ਼ਨ ਉਹਨੇ ਗਲਤ ਬਣਾਈ ਸੀ. ਹੁਣ ਮੈਂ ਉਸ ਬਾਰੇ ਦੱਸ ਰਿਹਾ ਵੀ ਕਿਵੇਂ ਗਲਤ ਬਣਾਈ ਸੀ. ਤੁਸੀਂ ਇਹ ਦੇਖੋ ਵੀ ਇਧਰਲੀ ਸਾਈਡ ਤੇ ਪੁਆਇੰਟ ਆ, ਤਾਂ ਮੈਗਨੈਟਿਕ ਫੀਲਡ ਇੱਧਰ ਪਹੁੰਚਣੀ ਚਾਹੀਦੀ ਆ, ਯੈਸ ਔਰ ਨੋ, ਹਨਾ. ਤਾਂ ਹੀ ਪਤਾ ਲੱਗੂਗਾ ਵੀ ਇੱਧਰ P ਪੁਆਇੰਟ ਦੇ ਉੱਪਰ ਮੈਗਨੈਟਿਕ ਫੀਲਡ, ਆਹ ਲਾਈਨਾਂ ਤਾਂ ਹੀ ਡਰਾ ਕਰ ਪਾਵਾਂਗੇ ਜੇ ਆਪਣੇ ਕੋਲ ਪਤਾ ਵੀ ਇੱਧਰਲੀ ਸਾਈਡ ਤੇ ਮੈਗਨੈਟਿਕ ਫੀਲਡ ਹੈਗੀ ਆ. ਹੁਣ ਜੇ ਇੱਧਰਲੀ ਸਾਈਡ ਤੇ ਮੈਗਨੈਟਿਕ ਫੀਲਡ ਹੈਗੀ ਆ, ਤੇ ਆਪਾਂ ਨੇ ਉਹਦੇ ਲਈ ਮੈਗਨੈਟਿਕ ਫੀਲਡ ਇੱਧਰ ਨੂੰ ਭੇਜਣੀ ਵੀ ਆ, ਤਾਂ ਇਹਦਾ ਮਤਲਬ ਥੰਮ ਸਾਡਾ ਰਾਈਟ ਹੈਂਡ ਸਾਈਡ ਨੂੰ ਜਾਣਾ ਚਾਹੀਦਾ. ਠੀਕ ਹੈ ਨਾ. ਕਿਉਂਕਿ ਥੰਮ ਜੇ ਰਾਈਟ ਹੈਂਡ ਸਾਈਡ ਨੂੰ ਜਾਊਗਾ ਤਾਂ ਹੀ ਪੁਆਇੰਟ P ਇੱਧਰ ਬਣੂਗਾ, ਤਾਂ ਹੀ ਤੁਸੀਂ ਮੈਗਨੈਟਿਕ ਫੀਲਡ ਕੱਢ ਸਕਦੇ ਹੋ. ਹੁਣ ਜੇ ਥੰਮ ਇੱਧਰ ਜਾ ਰਿਹਾ ਤਾਂ ਕਰੰਟ ਕਿਵੇਂ ਹੋਊਗਾ? ਤਾਂ ਦੇਖੋ ਫਿੰਗਰ ਨੂੰ ਕਰਲ ਕਰਕੇ ਦੇਖੋ, ਤਾਂ ਕਰੰਟ ਐਂ ਆਊਗਾ ਨਾ, ਤਾਂ ਕਰੰਟ ਐਂ ਚੱਲੂਗਾ. ਸੋ ਇਹਦਾ ਮਤਲਬ ਕਰੰਟ ਦਾ ਐਰੋ ਜਿਹੜਾ ਗਾ ਉਹ ਇੱਧਰ ਨੂੰ ਹੋਣਾ ਚਾਹੀਦਾ, ਐਂ, ਕਿਉਂਕਿ ਕਰੰਟ ਐਂ ਚੱਲ ਰਿਹਾ. ਤੇ ਮੋਸਟਲੀ ਆਪਾਂ ਕੀ ਕਰਦੇ ਆ, ਆਪਾਂ ਐਰੋ ਉੱਪਰਲਾ ਉੱਪਰ ਨੂੰ ਪਾ ਦਿੰਦੇ ਆ ਉਧਰ ਨੂੰ, ਤੇ ਇਧਰਲਾ ਐਰੋ ਇੱਧਰ ਨੂੰ ਪਾ ਦਿੰਦੇ ਆ. ਤਾਂ ਉਹਨੇ ਕੀ ਕੀਤਾ ਹੋਇਆ ਸੀ, ਉਹਨੇ ਕਰੰਟ ਦਾ ਐਰੋ ਉਲਟ ਪਾਇਆ ਹੋਇਆ ਸੀ, ਬਸ ਇੰਨੀ ਮਿਸਟੇਕ ਸੀ. ਤਾਂ ਉਹਦਾ ਐਰੋ ਕੀ ਸੀ, ਜਿਵੇਂ ਆਪਾਂ ਪਾਉਣੇ ਹੁੰਦੇ ਆ ਵੀ ਇਧਰੋਂ ਇੱਧਰ ਨੂੰ, ਇਧਰੋਂ ਇੱਧਰ ਨੂੰ. ਠੀਕ ਹੈ ਨਾ. ਜਦੋਂ ਐਂ ਪਾਤਾ
तो यदा मतलब कन्फर्म करता उन्हें भी देखो मैगनैटिक फील्ड इधर आ, पॉइंट इधर ली जाती है, राइट। मैगनैटिक फील्ड इधर नूं लग रही है, पॉइंट इधर ली जाती है, कैलकुलेशन इधर करी जाती है, तो इधर जो मैगनैटिक फील्ड आऊगी नहीं तो पॉइंट ते कैलकुलेशन किवें हो जू। सो टीचर ने मार्क्स कट लए सी उहदे 3, हिसाब ला लो। तो छोटी जी मिसटेक आ, पर यह बहुत वड्डी मिसटेक आ। क्यों? क्योंकि जे आपां कैलकुलेशन ही गलत करती स्टार्ट, कैलकुलेशन ही नहीं पता लग रहा, इसदा मतलब बच्चे नूं अंडरस्टूड ही नहीं है भी डायरैक्शन किवें लैणी आ। इस करके ये इंपॉर्टेंट पार्ट सी। तो तुसीं हुण जे तां उहने तुहानूं वैसे ही पुछ लिया भी डेरीवेशन ही आए आ, फिर तां तुसीं डेरीवेशन दे विच करंट नूं उपरों एरो इधर नूं पाउणा बाहर नूं ते आ एरो अंदर नूं पा देना। हुण रट्टे ला लिओ, ठीक है। जे नहीं आया तो जिधर पॉइंट आ तुसीं उसे रूल दे अकॉर्डिंग थंब उधर नूं करके अपनी फिंगर्स नूं कर्ल करके देखना भी वो लैफ्ट हैंड साइड ते फाइंड आउट करनी है कि राइट हैंड साइड ते, तो उस दे अकॉर्डिंग तुहाडा आंसर आ जाना। हुण जिहड़ी मैगनैटिक फील्ड आ पी पॉइंट ते, तां इहदी मैगनैटिक फील्ड इधर नूं ते इहदी मैगनैटिक फील्ड इधर नूं। तां हुण इह मैगनैटिक फील्ड दी भी एक चक्कर आ, वो चक्कर की आ क्योंकि लूप पे वर्टिकल, वर्टिकल होने करके आ मैगनैटिक फील्ड भी वर्टिकल ने। तो जिहड़ियां मैगनैटिक फील्ड दियां मैं लाइनस ड्रॉ कीतियां ने जिवें इधर नूं ते उधर नूं, ठीक है ना, इनू मैं DB मान लिया, जिवें मान लो DB वैक्टर। ये DB जिहड़ी आ ये प्लेन तो बाहर आ, ये प्लीज समझ लो गल नूं, क्योंकि इहदे नाल तुहाडा थीटा डिसाइड होगा। तां जिवें मैं इत्थे देखा हुण आ इथों DL कट कर लेना उमी, सो दैट इज IDL, याद करो बायोट-सैवर्ट लॉ अप्लाई करन लगे। तो IDL जिहड़ा कट कीता गा ਉਹਦੇ ਕਰਕੇ ਜਿਹੜੀ मैगनैटिक फील्ड प्रोड्यूस हो रही है DB आ, ਤੇ DB ਦਾ देखो एरो मैं इधर ਨੂੰ ਸਿੱਧਾ ਲੈ ਕੇ ਆਏ ਨਹੀਂ ਗਿਆ इधर ਨੂੰ। क्यों? जे मैं एरो आई लै ਜਾਂਦਾ ਵੀ ਆ ਲਾਈਨ ਦੇ ਅਕੋਰਡਿੰਗ इधर ਨੂੰ, सो दैट मीनस मैं प्लेन ਦੇ ਵਿੱਚ ਆ ਗਿਆ, ਯਾਨੀ ਕਿ मैं क्योंकि लाइन ਜਿਹੜੀ ਆ ਡਰਾ ਕੀਤੀ ਆ ਲਾਈਨ ਇਹ प्लेन ਦੇ ਵਿੱਚ ਆ, पर मैगनैटिक फील्ड किधर ਨੂੰ ਆ, मैगनैटिक फील्ड प्लेन ਤੋਂ ਬਾਹਰ ਨੂੰ ਆ, आउटवर्ड आ, ठीक है। तो आउटवर्ड होने करके मैगनैटिक फील्ड इस तरह शो करनी आ। तो हुण जिहड़ी मैगनैटिक फील्ड आ उहदे लई दो कंपोनेंट हो गए, एक आ कंपोनेंट हो गया जिहड़ा आउटवर्ड आ प्लेन तो, ते एक हिस्सा उहदा प्लेन दे विच आ, ठीक है। तो जिहड़ा कंपोनेंट उहदा प्लेन तो बाहर आ वाला, उहदे नाल इहदा एंगल वर्टिकल बनना गा। तो प्लीज ध्यान नाल समझ लो दोबारा गल, होना तो यह चाहिए भी जिन्ना एंगल आगा उन्ना ही आ बनना चाहिए, राइट, क्योंकि असी मोस्टली मैथ तां ही करते हैं। पर जिहड़ा इत्थे आ आह इहदा पार्ट आ DB वो बाहर नूं आ इधर नूं। तो हुण देखो मैगनैटिक फील्ड बाहर नूं आ इधर नूं, राइट, इधर नूं आ मैगनैटिक फील्ड इस तरह। तो मैं हुण मार्क करना दिखा रहा एक मिनट, मैगनैटिक फील्ड आए आ बाहर नूं, ठीक है। तो जिहड़ा लूप आ उहदे नाल आ लाइन, राइट, जिहड़ी आ लाइन आ रही आ ते जिहड़ी आ लाइन आ यही वर्टिकल होणगे ना अपोजिट एक दूजे दे। ध्यान नाल देखो DB दी मैगनैटिक फील्ड आ गई DB एक्चुअली जिधर नूं मार्क करा मेरा, मैं फिलहाल इनू इरेज करदा, ओके। तो DB दी मैगनैटिक फील्ड आ गई आ डायरेक्शन आ, ठीक है। हुण ਜਿਹੜਾ आह लाइन ड्रॉ कर रहे हैं ਆਪਾਂ, यानी कि ਜਿਹੜਾ आ एंगल ਮੰਨਿਆ ਇੱਥੇ ਵੀ ਨੋ ਕੇ थीटा ਗਾ। क्यों थीटा ਮੰਨਿਆ ਇਹ? क्योंकि आइडियल पॉइंट ਦੇ ਨਾਲ ਜਿਹੜਾ एंगल ਬਣਾਉਂਦਾ ਹੁੰਦਾ थीटा ਹੁੰਦਾ, याद करो बायोट-सैवर्ट लॉ ਚ ਆਪਾਂ ਸਮਝਾਇਆ ਸੀ। ਹੁਣ ਉਹ थीटा ਅੱਗੇ मैगनैटिक फील्ड ਦੇ ਨਾਲ ਬਣਦਾ ਹੁੰਦਾ। ਜੇ ਤੁਹਾਨੂੰ ਅੱਜ ਮੈਂ ਡਾਇਗਰਾਮ ਇੱਕ ਕੰਮ ਕਰਿਓ ਤੁਸੀਂ, ਜੇ ਨਹੀਂ ਇੱਥੇ ਕਨਫਿਊਜ਼ਨ ਰਹੀ ਨਾ ਮੈਂ ਉਹ ਅਪਲੋਡ ਕਰੂੰਗਾ ਅੱਜ ਵੀਡੀਓ ਤੁਹਾਡੇ ਨਾਲ, ਤਾਂ ਕਿ ਉਹ ਸਟਾਰਟਿੰਗ ਵਾਲਾ ਪਾਰਟ ਤਾਂ ਤੁਹਾਨੂੰ ਜ਼ਰੂਰ ਸਮਝ ਆ ਜੇ ਵੀ ਆਪਾਂ ਨੇ ਉੱਥੇ ਆਈਡੀਅਲ ਦੇ ਨਾਲ ਥੀਟਾ ਕਿਵੇਂ ਮੰਨਿਆ ਸੀ ਤੇ DB ਦਾ ਐਂਗਲ ਕਿਵੇਂ ਬਣਿਆ ਸੀ। ਤਾਂ ਮੈਂ ਫਿਲਹਾਲ ਇਹਨੂੰ ਡੈਰੀਵੇਸ਼ਨ ਨੂੰ ਕੰਪਲੀਟ ਕਰਨ ਦੇ ਵੱਲ ਜਾਣਾ, ਤਾਂ ਆ ਵੀ ਥੀਟਾ ਬਣੂਗਾ ਐਕਚੁਅਲੀ, ਠੀਕ ਹੈ। ਇਹ ਉਹਦੇ ਨਾਲ ਡਾਇਗਰਾਮ ਜੋ ਤੁਸੀਂ ਉਹ ਦੇਖੋਗੇ ਨਾ ਮੇਰੀ ਡੈਰੀਵੇਸ਼ਨ ਨੂੰ, ਤਾਂ ਤੁਹਾਨੂੰ ਆ ਕਨਫਿਊਜ਼ਨ ਦੂਰ ਹੋ ਜੂ ਵੀ ਇੱਥੇ ਥੀਟਾ ਕਿਉਂ ਆਇਆ। ਜੇ ਸਟਿਲ ਕਨਫਿਊਜ਼ਨ ਰਹੇਗੀ ਮੈਨੂੰ ਕੱਲ ਨੂੰ ਦੱਸ ਦਿਓ, ਮੈਂ ਤੁਹਾਨੂੰ ਕਰਾ ਦੂੰਗਾ। ਤਾਂ DB cos ਥੀਟਾ ਇੱਧਰ ਆ ਜਾਊਗਾ, DB sin ਥੀਟਾ ਇੱਧਰ ਆ ਜਾਊਗਾ। ਤਾਂ ਉਸੇ ਤਰ੍ਹਾਂ ਜੇ ਆ ਥੀਟਾ ਗਾ ਤਾਂ ਆ ਵੀ DB ਦੇ ਲਈ ਆਪਣੇ ਕੋਲ ਇਧਰਲੀ ਸਾਈਡ ਤੇ DB sin ਥੀਟਾ ਬਚ ਜਾਊਗਾ, ਠੀਕ ਹੈ। ਇਧਰਲੀ ਸਾਈਡ ਤੇ DB cos ਥੀਟਾ ਬਚ ਜਾਊਗਾ।
तो dB cos थीटा एक दूजे के opposite ने, इक्को ही लाइन ते ने, एंगल सेम है cos थीटा, dB ते dB दोनों सेम ने, इस करके कैंसल आउट हो जाएंगे। तो बच गया अपने को कला dB sin थीटा। तो सारे कंपोनेंट जिन्ने भी ने dB sin थीटा दे उन्हां सारिਆਂ ਦੀ इंटीग्रेशन कर देंगे एंड दैट वुड बी द नेट मैग्नेटिक फील्ड। ठीक है, तो हुण dB की वैल्यू कितनी आ, दैट इज अनदर क्वेश्चन। तो dB की मैग्नेटिक फील्ड कितनी है, dB की मैग्नेटिक फील्ड जी बायोट-सैवर्ट्स लॉ दे विच आपां यूज कीती सी, म्यू नॉट अपॉन 4 पाई आई dl अपॉन स्क्वायर ऑफ द डिस्टेंस, आ वाला क्यों, बिकॉज आइडियल तो जिन्ना डिस्टेंस आ पी पॉइंट का तो कितना होगा, देखो आर ते एक्स का अंडर रूट, तो आर स्केयर प्लस एक्स स्केयर का अंडर रूट। ठीक है, तो वह आ जाऊगा इत्थे बाय आर स्केयर प्लस एक्स स्केयर के अंडर रूट का स्केयर करांगे तो अंडर रूट का कैंसल आउट हो गया, इनटू जिहड़ा इत्थे साइन थीटा हुंदा बायोट-सैवर्ट्स लॉ दे विच वो थीटा इत्थे बनदा हुंदा, याद करो जे तुहानूं याद होवे। तो जे आपां एक सर्कल ते टेंजेंट ड्रॉ करते हैं तो याद करो टेंजेंट जिहड़ा सेंटर दे नाल 90 डिग्री एंगल बनाउंदा हुंदा, एनी टेंजेंट ड्रॉन ऑन द सर्कल इज परपेंडिकुलर टू द सेंटर, याद आ ना तुहाडे ये 9वीं 8वीं 9वीं कीता होगा। तो वो 90 डिग्री साइन 90 इत्थे यूज कर लिया, तो साइन 90 मैं पुट नहीं करूँगा। तो जिहड़ा थीटा इहदे नाल पॉइंट दे नाल बन रहा हैगा, ठीक है, वो वैल्यू आ पई आ साइन थीटा, वो मैं इत्थे लिखूंगा। तो साइन थीटा हुण साइन थीटा कितना होगा अपने को, एक मिनट मैं देख ला टाइम कितना हो गया, ओके हो जाएगा टाइम। तो साइन थीटा कितना, साइन थीटा की वैल्यू कितनी है बेटे, देखो परपेंडिकुलर अपॉन हाइपोटेन्यूज, साइन थीटा की वैल्यू पुट कर रहा मैं। तो dB की वैल्यू नाल इत्थे इंटीग्रेशन लिख दिंदे सीधी, ताकि dB की वैल्यू आ कन्फर्म हो जाए तुहानूं। ठीक है, आ हुण dB की वैल्यू होगी जिहड़ी मैं पुट कीती आ, नाल साइन थीटा आ गया अपने को परपेंडिकुलर अपॉन हाइपोटेन्यूज। तो हाइपोटेन्यूज कितना आ गया, आर स्केयर प्लस एक्स स्केयर दा पावर 1/2, क्योंकि अंडर रूट नूं आपां 1/2 पावर लिख सकते हैं। तो हुण तुसीं देखो ਜਿਹੜੇ इंटीग्रेशन नहीं हो सकती उन्होंने बाहर रख लो, तो कला DL है जिहदी इंटीग्रेशन हो सकती है, बाकी सारे बाहर आ जाएंगे। तो हुण मैं इधर लिख रहा इनू, ठीक है। तो देखो म्यू नॉट अपॉन 4 पाई आई इंटू आर, उपरों तो ये बाहर आ गई, बाय एदी पावर 1 है, एदी पावर हाफ आ, तो 1 1/2 3/2 हो जाऊगी पावर, आर स्केयर प्लस एक्स स्केयर दी पावर 3/2, इंटीग्रेशन रह गई कली DL दी। हुण DL कौन आ, लेंथ ऑफ द लूप, ते लूप हैगा सी अपने कोल सर्कल, तो DL दी लेंथ जी आ जाऊगी वो आ जाऊगी 2 पाई आर इंटीग्रेशन। सो वो मैं 2 पाई आर पुट कर दूंगा, तो आंसर आ गया म्यू नॉट अपॉन 4 पाई आई अपॉन आर बाय आर स्क्वायर प्लस एक्स स्क्वायर पावर 3/2 इंटू 2 पाई आर। ठीक है, अगेन आप 2 पाई नाल 4 पाई नहीं कैंसल करना। ठीक है, तो फाइनल आंसर जिहड़ा गा वो हो जो अपने को, मैं इत्थे लिख रहा म्यू नॉट अपॉन 4 पाई। ठीक है, हुण 2 पाई नूं पहला लिख दो तां भी कोई इशू नहीं, आई इंटू आर आर स्क्वायर बाय आर स्केयर प्लस एक्स स्केयर दी पावर 3/2। सो दैट इज द आंसर फॉर द मैग्नेटिक फील्ड ऑन द एक्सिस, जिहड़ा पॉइंट आ लाई कर रहा एक्सिस के ऊपर। ठीक है, जिहड़ी ये वैल्यू आई आ, हुण जे वैल्यू तो तुसीं वेरीफाई करना भी साडा आंसर सही आ, तो चैक करो भी जे आपां सेंटर ते ले जाइए पॉइंट नूं, तो मान लो आ जिहड़ा पॉइंट P इत्थे मन्निया सी, जे मैं उहनूं सेंटर ते ले जाऊं रे, तो जे P पॉइंट नूं सेंटर ते शिफ्ट करदे आ तो x की वैल्यू 0 हो जूगी। देखो, तो जे x की वैल्यू 0 हो जू रे, 0 पुट करके देखिए आपां सेंटर दे लई, तो कितना आऊगा आंसर, देखो मैं इत्थे लिख रहा हूं। ठीक है, तो म्यू नॉट अपॉन 4 पाई 2 पाई आई आर स्केयर बाय आर स्केयर प्लस एक्स की वैल्यू 0 आ, तो लिखने की लोड़ नहीं, तो आर स्केयर की पावर कितनी आ गई अगे 3/2, राइट। तो आ 2 नाल पावर 2 कैंसल आउट होगी, तो आर दा क्यूब बच गया, आर दा क्यूब उपर आर दा स्केयर आ, तो आर दा स्केयर दे नाल एक आर बच जूगी इहदी, तो आंसर आ जाऊगा म्यू नॉट अपॉन 4 पाई 2 पाई आई
अपॉन आर, क्योंकि आर स्केयर भी एक आर इत्थे कैंसिल कर दूगा आर स्केयर नूं, ठीक है। तो आ वैल्यू बच गई। हुण ये वैल्यू नूं ध्यान नाल देखो, म्यू नॉट अपॉन 4 पाई आई अपॉन आर इनटू थीटा नहीं बनता है सर्कल दे लई। तो इसका मतलब आ जिहड़ा असीं आंसर कढियागा ये वेरीफाइड आ, जानी कि सेंटर दे उपर मैगनैटिक फील्ड इन्नी ही हुंदी आ, ठीक है। ये तां सीगा भी इस तरह का क्वेश्चन वैसे तो नहीं आता भी तुहानूं पहला आ प्रूव करन नूं कह दे ते एंड ते कह दे भी आ वेरीफाई करके दसो। ये तो मैं सिर्फ एक तुहानूं सिंपलीफाई कीतागा ताकि तुहानूं कन्फर्म हो जाए भी आपां इहनूं किस तरह करना सीगा। हुण जे तुहानूं ये समझ लग्या तो क्लिक कर लो वैसे एक बार वैसे भी, तो नहीं फिर मैं तुहानूं ना अज वीडियो अपलोड करूँगा वह उन्ना पार्ट तो जरूर तुहानूं भेजूँगा मैं हर हाल च जिन्ना बायोट-सैवर्ट्स लॉ की अंडरस्टैंडिंग सी, ताकि आ एंगल तुहानूं पता लग जाण किवें किवें लए ने। जे तुहानूं आ एंगल दे विच थीटा की कन्फ्यूजन आ भी ये थीटा क्यों आगा, तो तुसीं इहनूं फाई नाल रिप्लेस भी कर सकते हो, क्योंकि कोई जरूरी नहीं भी आपां लकीर दे फकीर बनना गा, ठीक है। मैं उत्थे डायग्राम दे विच इहनूं फाई लिया होयागा, पर फिर भी तुसीं फाई दे नाल भी एक बार क्लिक कर लो तो फाई दे नाल रख के एंगल सिर्फ फाई रह जूगा, होर कुछ भी नहीं होना, जानी कि साइन फाई आ जू रे, ताकि साइन थीटा की कन्फ्यूजन ना तुहाडे मन च रह जे जिहड़ी बायोट-सैवर्ट्स लॉ च साइन थीटा हुंदा, क्योंकि उहदे थीटा किन्ना गा 90 डिग्री आ, ठीक है ना। तो जिहड़ा थीटा सी इत्थे बनिया सीगा एंड दैट इज़ 90 डिग्री, तो मैं इत्थे फाई लिख ही दिना ताकि तुहानूं कन्फ्यूजन दूर हो जाए जमी। आ भी फाई आ, सारियां फाई कर लो, ठीक है। आ फाई कैंसल आउट होगी, बाकी वैल्यूज़ आ गई, ठीक है जी।